हालेलुया हालेलुया। हालेलुया। आज है संडे 18 अक्टूबर ना, ते जिवें मैं आख्या अज सुबह मैं ना दुआ करन दिया सी कि खुदा की गलबात करनी है ना, की शेयर करना है, चार की करना है। ते खुदा ने मैनू कुछ याद कराया जो मैं पढ़िया सी हफ्ते दे शुरू च। ते मैं शुरू करना एक मैं किसी नाल गलबात करन दिया सी ते इसी हफ्ते या पिछले हफ्ते ਉਹ ਮੈਨੂੰ ਦੱਸਣ ਦੇ ਸਨ कि मैनू ना जो मेरा शौक है ना दुआ के लिए कलाम के लिए वो नहीं है हुन ना कहने से कि मैं कदी कदी ना इंज लगती कि जो मैं दुआ करना कि मैं अपने आप नाल गल्लां करन लगा ते ना ये इंज दस्सन दे सी मैनू ते ना उसी वेले पाखरू ने मैनू दिल च पा दिता कि की सी प्रॉब्लम इन्हां दी। मैं आख्या कि तुहाडी प्रॉब्लम मैनू पता है की है ते मैं आख्या कि जो तुसीं कहण दे हो है ना, ये मैं आख्या किन्ने साल हो गए ने मैं इंजे नहीं महसूस किया कि मेरा दिल नहीं चाहता कलाम पढ़न नूं या मेरा दिल नहीं चाहता दुआ करन नूं, है ना। कोई दिन होंदे ने कि शायद दिल नहीं चाहता लेकिन कदी इंज नहीं है कि मैं कदी ना पढ़िया होए बाइबल, है ना, क्योंकि दिल नहीं चाहा, या इंज नहीं है कि कदी मैं दुआ च वक्त नहीं गुजारिया होए क्योंकि दिल नहीं चाहन दिया सी। ते मैं आख्या कि मैं तुहानूं दसना कि मैं की कीता है कि मैनू इंज दी ये प्रॉब्लम ना होए। ते मैं आख्या उन्होंने कि तेरी प्रॉब्लम की है, ਤੁਹਾਡੀ ਜ਼ਿੰਦਗੀ 'ਚ ਕੋਈ ਸ਼ੈ ਹੈ ਜੋ ਤੁਸੀਂ ਬਹੁਤ ਕੀਮਤੀ ਜਾਣਦੇ ਹੋ, ਤੁਸੀਂ ਬਹੁਤ ਉੱਚੇ ਥਾਂ 'ਚ ਰੱਖਿਆ ਹੈ ਉਸ ਸ਼ੈ ਨੂੰ। ਮੈਂ ਆਖਿਆ ਉਹ ਇੱਕ ਬੁੱਤ ਹੈ ਤੁਹਾਡੀ ਜ਼ਿੰਦਗੀ 'ਚ ਤੇ ਉਹਦੀ ਵਜ੍ਹਾ ਤੋਂ ਤੁਹਾਡਾ ਇੰਟਰਸਟ, ਤੁਹਾਡਾ ਸ਼ੌਕ ਖੁਦਾ ਦੀ ਚਾਹਾਂ ਲਈ ਘੱਟ ਹੋਇਆ। ਤਾਂ ਉਹਨਾਂ ਨੇ ਦੱਸਿਆ ਕਿ ਹਾਂ ਜੀ, ਉਹਨਾਂ ਦਾ ਫੋਨ ਆਪਣੇ ਫੋਨ 'ਚ ਬਹੁਤ ਵਕਤ ਗੁਜ਼ਾਰਦੇ ਸੀ, ਫੇਸਬੁੱਕ ਤੇ यूट्यूब ਤੇ। मैं आख्या हाँ, मैं आख्या कट दो अपने फ़ोन में, कोई सस्ता जा फ़ोन ले लो, लोड़ नहीं है ना। अगर ये कोई शायद है ना ਤੁਹਾਡੇ ਤੇ ਖੁਦਾ ਦੇ ਵਿੱਚ ਆਣ ਤੇ ਅੱਜ ਅਸੀਂ ਕੀ ਗੱਲ ਕਰਨ ਦੇ ਆ, ਅਸੀਂ ਕੀ ਗੱਲ ਕਰਾਂਗੇ ਕਿ ਤੁਹਾਡੀ ਜ਼ਿੰਦਗੀ 'ਚ ਜੋ ਇਜ਼ਹਾਕ ਨੇ, ਤੁਹਾਡੀ ਜ਼ਿੰਦਗੀ 'ਚ ਇਜ਼ਹਾਕ ਨੇ ਉਹਨਾਂ ਨੂੰ ਕੱਢੋ। ਇਜ਼ਹਾਕ हाँ आइजक नहीं इजहाक अच्छा खाना अच्छा खाना इजहाक ਨੂੰ ਕਿੰਜ ਕੱਢਣਾ ਹੈ ਜ਼ਿੰਦਗੀ ਤੋਂ ਸਹੀ ਨਾ। ਅਗਰ ਅਸੀਂ ਵੇਖੀਏ ਉਤਪਤ ਉਹਦਾ 21 ਅਧਿਆਇ ਤੇ ਮੈਂ ਚਾਹਨਾ ਕਿ ਦੀਪਕ ਭਾਈ ਤੁਸੀਂ ਪੜੋ ਉਤਪਤ ਉਹਦਾ 21 ਅਧਿਆਇ। नहीं जो है इसहाक ਉਹਨੂੰ ਕੱਢਣਾ है। नहीं परेशानी क्यों हो रही है? नहीं हम तो शायद उर्दू की प्रॉब्लम है ना, कोई और कहना कुछ और लफ्ज नहीं इसहाक करना है। उत्पत्ति केड़ा 21 अध्याय ਉਤਪਤ 21 ਉਹਦੀ ਪਹਿਲੀਆਂ 2 ਆਇਤਾਂ। ਯਹੋਵਾ ਨੇ ਜਿਵੇਂ ਉਹਨੇ ਆਖਿਆ ਸੀ ਸੜਾ ਉੱਤੇ ਨਜ਼ਰ ਕੀਤੀ ਅਤੇ ਯਹੋਵਾ ਦਾ ਸਰਾਹ ਲਈ ਉਹ ਕੀਤਾ ਜੋ ਉਹਨੇ ਬਚਨ ਕੀਤਾ ਸੀ, ਅਤੇ ਸਰਾਹ ਗਰਭਵਤੀ ਹੋਈ ਅਤੇ ਅਬਰਾਹਮ ਦੀ ਉਹਦੇ ਬੁਢਾਪੇ ਵਿੱਚ ਉਸੇ ਰੁੱਤੇ ਜੋ ਪਰਮੇਸ਼ਰ ਨੇ ਉਸ ਨੂੰ ਦੱਸੀ ਸੀ ਪੁੱਤਰ ਜਣੇ। ਆਮੀਨ ਆਮੀਨ ਸਹੀ। ਤੇ ਹੁਣ ਇਹਦੀ ਅਗਲਾ ਅਧਿਆਇ 22 ਅਧਿਆਇ ਉਹਦੀ ਪਹਿਲੀਆਂ 3 ਆਇਤਾਂ ਪੜ੍ਹੋ। ਓਕੇ। ਇਹਨਾਂ ਗੱਲਾਂ ਦੇ ਪਿੱਛੇ ਇਉਂ ਹੋਇਆ ਕਿ ਪਰਮੇਸ਼ਰ ਨੇ ਅਬਰਾਹਮ ਨੂੰ ਪਰਤਾਇਆ ਤੇ ਉਸ ਨੂੰ ਆਖਿਆ, ਹੈ ਅਬਰਾਹਮ। ਅੱਗੋਂ ਉਸਨੇ ਆਖਿਆ, ਮੈਂ ਹਾਜ਼ਰ ਹਾਂ। ਤਾਂ ਉਸਨੇ ਆਖਿਆ, ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਸਾਕ ਨੂੰ ਲੈ ਕੇ ਮੋਰੀਹਾ ਦੀ ਧਰਤੀ ਉੱਤੇ ਜਾ ਅਤੇ ਪਹਾੜਾਂ ਵਿੱਚ ਇੱਕ
ਪਹਾੜ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜਾ। ਤਦ ਇਬਰਾਹਿਮ ਨੇ ਬਸ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਾਲਣਾ ਕੱਸਿਆ ਅਤੇ ਆਮਨ ਆਪਣੇ ਦੋ ਜਵਾਨ ਔਰ ਆਪਣੇ ਪੁੱਤਰ ਇਸਾਇਕ ਨੂੰ ਨਾਲ ਲੈ ਲਿਆ ਅਤੇ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਔਰ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ਰ ਨੇ ਉਸ ਨੂੰ ਦੱਸੀ ਸੀ। ਆਮੀਨ। ਹਾਲੇਲੂਇਆ। ਸਹੀ। ਤੇ ਜਦੋਂ ਮੈਂ ਕਹਿੰਦਾ ਕਿ ਇਸਹਾਕ ਸਾਡਾ ਕੀ ਹੈ, ਇਬਰਾਹਿਮ ਇਸਹਾਕ ਨੂੰ ਬਹੁਤ ਪਿਆਰ ਕਰਦਾ ਸੀ, ਉਹਨੂੰ ਬਹੁਤ ਕੀਮਤੀ ਜਾਣਦਾ ਸੀ। ਆਮੀਨ। ਕਿਉਂ? ਉਹਦਾ ਬੇਟਾ ਸੀ ਨਾ, ਉਹਦੀ 100 ਸਾਲ ਦੀ ਉਮਰ ਸੀ ਇਬਰਾਹਿਮ ਦੀ ਜਦੋਂ ਉਹਨੂੰ ਬੇਟਾ ਹੋਇਆ ਨਾ, ਤੇ ਇਹ ਸੀ ਬੇਟਾ ਜਿਹਦਾ ਵਾਅਦਾ ਕੀਤਾ ਗਿਆ ਸੀ, ਤੇ ਇਬਰਾਹਿਮ ਬਹੁਤ ਪਿਆਰ ਕਰਦਾ ਸੀ, ਬਹੁਤ ਕੀਮਤੀ ਜਾਣਦਾ ਸੀ। ਲੇਕਿਨ ਸਾਨੂੰ ਪਤਾ ਹੈ ਕਿ ਖੁਦਾ ਉਹ ਚਾਹੁੰਦਾ ਕਿ ਉਹੀ ਸਾਡੀ ਜ਼ਿੰਦਗੀ 'ਚ ਉਹਦਾ ਨੰਬਰ 1 ਪੋਜੀਸ਼ਨ ਹੋਏ। ਸਭ ਤੋਂ ਕੀਮਤੀ ਅਸੀਂ ਖੁਦਾ ਨੂੰ ਹੀ ਜਾਣੀਏ, ਤੇ ਖੁਦਾ ਨੇ ਵੇਖਣ ਲਈ ਕਿ ਇਬਰਾਹਿਮ ਹੈ ਨਾ, ਕਿ ਇਸਹਾਕ ਕੀ ਉਹਦਾ ਬੁੱਤ ਆਈਡਲ ਤੇ ਨਹੀਂ ਬਣ ਗਿਆ ਇਬਰਾਹਿਮ ਦਾ, ਹੈ ਨਾ। ਇੱਕ ਬੁੱਤ ਕੀ ਹੁੰਦੇ? ਕੋਈ ਵੀ ਸ਼ੈ ਜੋ ਤੁਸੀਂ ਖੁਦਾ ਦੇ ਬਰਾਬਰ ਜਾਂ ਖੁਦਾ ਦੇ ਉੱਤੇ ਜਿਹਨੂੰ ਤੁਸੀਂ ਕੀਮਤੀ ਜਾਣਦੇ ਹੋ। ਤੇ ਖੁਦਾ ਨੇ ਆਖਿਆ ਇਬਰਾਹਿਮ ਨੂੰ ਆਖਿਆ ਕਿ ਇਸਹਾਕ ਮੈਨੂੰ ਦੇ। ਤੇ ਜੋ ਮੈਂ ਆਪਣੇ ਦੋਸਤ ਨਾਲ ਗੱਲ ਕਰਨ ਡਿਆ ਸੀ, ਮੈਂ ਆਖਿਆ ਕਿ ਹੈ ਨਾ, ਤੁਹਾਡੀ ਜ਼ਿੰਦਗੀ 'ਚ ਇੱਕ ਬੁੱਤ ਹੈ, ਔਰ ਕਿਉਂਕਿ ਤੁਹਾਡੀ ਜ਼ਿੰਦਗੀ 'ਚ ਹੈ, ਤੁਹਾਡੇ ਇੰਟਰਸਟ ਖੁਦਾ ਦੀ ਸ਼ੈਵਾਂ 'ਚ ਘੱਟ ਹੋ ਗਿਆ। ਤੇ ਮੈਂ ਆਖਿਆ ਕਿ ਮੈਂ ਕੀ ਕਰਨਾ, ਮੈਂ ਬਾਅਦ 'ਚ ਦੱਸਾਂਗਾ ਕਿ ਮੈਂ ਕੀ ਕਰਨਾ। ਲੇਕਿਨ ਇਹ ਜੋ ਅਸੀਂ ਗੱਲਬਾਤ ਕਰਾਂਗੇ ਇਹੀ ਹੈ ਕਿ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਕੁਝ ਸ਼ੈਵਾਂ ਹੁੰਦੀਆਂ ਨੇ ਜੋ ਅਸੀਂ ਬੁੱਤ ਬਣਾ ਲੈਂਦੇ ਹਾਂ, ਜੋ ਸਾਡੇ ਲਈ ਬਹੁਤ ਕੀਮਤੀ ਹੁੰਦੀਆਂ ਨੇ, ਹੈ ਨਾ। ਉਹਨੂੰ ਅਸੀਂ ਬੜਾ ਉੱਚਾ ਦਰਜਾ ਦਿੰਦੇ ਹਾਂ। ਲੇਕਿਨ ਖੁਦਾ ਕੀ ਚਾਹੁੰਦਾ ਹੈ? ਸਭ ਤੋਂ ਉੱਤੇ ਖੁਦਾ ਹੀ ਹੋਏ ਸਾਡੀ ਜ਼ਿੰਦਗੀ 'ਚ, ਤੇ ਨਾਲੇ ਉਹਦੇ ਇਲਾਵਾ ਖੁਦਾ ਨਹੀਂ ਚਾਹੁੰਦਾ ਕਿ ਕੁਝ ਵੀ ਉਹਦੇ ਕਰੀਬ ਵੀ ਹੋਏ, ਹੈ ਨਾ। ਅਗਰ ਇਬਰਾਹਿਮ ਖੁਦਾ ਨੂੰ ਇੱਥੇ ਪਿਆਰ ਕਰਦਾ ਤੇ ਇਸਹਾਕ ਨੂੰ ਬਸ ਥੋੜਾ ਜਿਹਾ ਘੱਟ ਕਰਦਾ, ਉਹ ਖੁਦਾ ਫਿਰ ਵੀ ਉਹ ਕਬੂਲ ਨਹੀਂ ਕਰਦਾ। ਕਹਿੰਦਾ ਕਿ ਨਹੀਂ, ਮੇਰਾ ਜੋ ਤੇਰਾ ਪਿਆਰ ਹੈ ਮੇਰੇ ਲਈ ਤੇ ਆਪਣੇ ਬੇਟੇ ਲਈ, ਜ਼ਮੀਨ ਆਸਮਾਨ ਦਾ ਫਰਕ ਹੋਣਾ ਚਾਹੀਦਾ। ਤੇ ਅੱਜ ਅਸੀਂ ਇਹਦੇ ਬਾਰੇ 'ਚ ਗੱਲ ਕਰਾਂਗੇ ਕਿ ਜੋ ਬੁੱਤ ਹੁੰਦੇ ਨੇ ਸਾਡੀ ਜ਼ਿੰਦਗੀਆਂ 'ਚ, ਕਿ ਕਿੰਜੇ ਪਤਾ ਚਲੇ ਕਿ ਕੋਈ ਸ਼ੈ ਸ਼ਾਇਦ ਇੱਕ ਬੁੱਤ ਬਣਨ ਦੀ ਹੈ ਸਾਡੀ ਜ਼ਿੰਦਗੀ 'ਚ। ਕੀ ਹੋਏਗਾ ਅਗਰ ਅਸੀਂ ਉਹ ਬੁੱਤ ਰੱਖਾਂਗੇ ਆਪਣੀ ਜ਼ਿੰਦਗੀ 'ਚ, ਤੇ ਕੀ ਕਰ ਸਕਦੇ ਹਾਂ ਅਸੀਂ ਕੱਢਣ ਲਈ। ਆਮੀਨ। ਸਹੀ। ਤੋਂ ਪਹਿਲੇ ਅਸੀਂ ਵੇਖੀਏ ਕਿ ਇੱਕ ਬੁੱਤ ਕੋਈ ਵੀ ਸ਼ੈ ਹੋ ਸਕਦੀ ਹੈ, ਚੰਗੀ ਸ਼ੈ ਵੀ ਹੋ ਸਕਦੀ ਹੈ, ਜਿਹਨੂੰ ਅਸੀਂ ਹੱਦ ਤੋਂ ਜ਼ਿਆਦਾ ਉੱਚਾ ਦਰਜਾ ਦੇਣਾ ਆਪਣੀ ਜ਼ਿੰਦਗੀ 'ਚ। ਅਸੀਂ ਸਾਰੇ ਸੋਚ ਸਕਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਕੀ ਇੰਜ ਦੀ ਸ਼ੈ ਹੋ ਸਕਦੀ ਹੈ। ਸ਼ਾਇਦ ਜਿਵੇਂ ਮੇਰੇ ਦੋਸਤ ਦਾ, ਸ਼ਾਇਦ ਤੁਹਾਡਾ ਫੋਨ, ਤੁਸੀਂ ਉਹਨੂੰ ਬਹੁਤ ਕੀਮਤੀ ਜਾਣਦੇ ਹੋ। ਸ਼ਾਇਦ ਤੁਹਾਡੀ ਸਿਹਤ, ਸ਼ਾਇਦ ਨੌਕਰੀ, ਸ਼ਾਇਦ ਲੋਕੀ ਤੁਹਾਡੇ ਬਾਰੇ 'ਚ ਜੋ ਕਹਿੰਦੇ ਨੇ, ਜੋ ਸੋਚਦੇ ਨੇ, ਉਹਦੇ ਬਾਰੇ 'ਚ ਤੁਸੀਂ ਬਹੁਤ ਫਿਕਰ ਕਰਦੇ ਹੋ। ਅਲੱਗ-ਅਲੱਗ ਸ਼ੈਵਾਂ ਨੇ, ਤੇ ਅਸੀਂ ਇਹਦੇ ਬਾਰੇ 'ਚ ਵੇਖਣੇ ਤੇ ਇਹ ਸ਼ੈਵਾਂ ਬੁੱਤ ਬਣ ਸਕਦੀਆਂ ਨੇ। ਅਸੀਂ ਥੋੜੀ ਆਇਤਾਂ ਵੇਖਣੇ ਆ। ਇਹ ਹੈ ਕੂਚ, ਐਕਸੋਡਸ 22 ਖਰੂਜ, ਉਹਦਾ 20 ਅਧਿਆਇ। ਤੇ ਦੀਪਕ ਭਾਈ ਤੁਸੀਂ ਪੜ੍ਹੋ। ਯੈਸ। ਕੂਚ ਉਹਦਾ 20 ਅਧਿਆਇ ਤੇ ਉਹਦੀ ਪਹਿਲੀਆਂ 3 ਆਇਤਾਂ। ਫਿਰ ਪਰਮੇਸ਼ਰ ਨੇ ਇਹ ਸਾਰੀਆਂ ਗੱਲਾਂ ਬੋਲੀਆਂ ਕਿ ਮੈਂ ਯਹੋਵਾ ਤੇਰਾ ਪਰਮੇਸ਼ਰ ਹਾਂ, ਜਿਹੜਾ ਤੈਨੂੰ ਮਿਸਰ ਦੇਸ਼ ਤੋਂ ਗੁਲਾਮੀ ਦੀ ਘਾਟ ਤੋਂ ਕੱਢ ਲਿਆਇਆ ਹਾਂ। ਆਮੀਨ। ਅੱਗੇ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤਾ ਨਾ ਹੋਣ। ਤੂੰ ਆਪਣੇ ਲਈ
ਉਕਾੜੀ ਹੋਈ ਮੂਰਤੀ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਆਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਆਮੇਨ। ਨਾ ਆਮੀਨ। ਤੇ ਖੁਦਾ ਕਹਿੰਦਾ ਕਿ ਮੈਂ ਇਸਰਾਇਲ ਨਾਲ ਗੱਲ ਕਰਨ ਦੇ ਕਿ ਮੈਂ ਤੁਹਾਨੂੰ ਬਚਾਇਆ ਹੈ, ਤੁਹਾਨੂੰ ਕੱਢਿਆ ਹੈ ਗੁਲਾਮੀ ਤੋਂ। ਮੈਂ ਹਾਂ ਤੁਹਾਡਾ ਖੁਦਾ, ਤੇ ਮੇਰੇ ਇਲਾਵਾ ਕੋਈ ਹੋਰ ਨਹੀਂ। ਜਦੋਂ ਕਹਿੰਦੇ ਕਿ ਮੈਂ ਤੁਹਾਡਾ ਖੁਦਾ ਹਾਂ, ਇਹਦਾ ਕੀ ਮਤਲਬ? ਕਿ ਤੁਹਾਡੀ ਜੋ ਤੁਸੀਂ ਜਿਸ ਸ਼ੈ ਨੂੰ ਕੀਮਤੀ ਜਾਣਦੇ ਹੋ, ਉਹ ਮੈਂ ਹਾਂ। ਜਿਸ ਸ਼ੈ ਨੂੰ ਤੁਸੀਂ ਬਹੁਤ ਕੀਮਤੀ ਜਾਣਦੇ ਹੋ, ਉਹ ਮੈਂ ਹਾਂ, ਤੇ ਮੇਰੇ ਇਲਾਵਾ ਬਾਕੀ ਜੋ ਸਾਰੀ ਤੁਹਾਡੀ ਜ਼ਿੰਦਗੀ ਦੀ ਸ਼ੈਵਾਂ ਨੇ, ਤੁਹਾਡੀ ਪਰਿਵਾਰ, ਨੌਕਰੀ, ਤੁਹਾਡੀ ਇੱਜ਼ਤ, ਇਹ ਸ਼ੈਵਾਂ ਹਨ ਤੁਸੀਂ ਕੀਮਤੀ ਜਾਣਦੇ ਹੋ, ਲੇਕਿਨ ਮੇਰੇ ਮੁਕਾਬਲੇ 'ਚ ਇਹਨਾਂ ਦੀ ਬਹੁਤ ਘੱਟ ਹੋਣੀ ਚਾਹੀਦੀ। ਜਿੰਨੀ ਤੁਸੀਂ ਇਸ ਸ਼ੈ ਨੂੰ, ਇਹਨਾਂ ਸ਼ੈਵਾਂ ਨੂੰ ਕੀਮਤੀ ਜਾਣਦੇ ਹੋ, ਬਾਕੀ ਸ਼ੈਵਾਂ ਨੂੰ ਬਹੁਤ ਘੱਟ ਤੁਸੀਂ ਕੀਮਤੀ ਜਾਣਦੇ। ਦੀਪਕ ਭਾਈ, ਅਗਰ ਤੁਸੀਂ ਅੱਗੇ ਪੜ੍ਹੋ, ਕੂਚ ਉਹਦਾ 34 ਚੈਪਟਰ, ਕੂਚ ਉਹਦਾ 34 ਚੈਪਟਰ, ਤੇ ਉਹਦੀ 14 ਆਇਤ। 14 ਆਇਤ ਜੀ। ਤੂੰ ਹੋਰ ਕਿਸੇ ਦੇਵਤਾ ਅੱਗੇ ਮੱਥਾ ਨਾ ਟੇਕੀ। ਯਹੋਵਾ ਜਿਸ ਦਾ ਨਾਮ ਗਿਆਰਤ ਵਾਲਾ ਹੈ, ਉਹ ਇੱਕ ਗਿਆਰਤੀ ਪਰਮੇਸ਼ਰ ਹੈ। ਆਮੀਨ। ਗਿਆਰਤੀ ਦਾ ਮਤਲਬ ਕਿ ਉਹ ਬਰਦਾਸ਼ਤ ਨਹੀਂ ਕਰ ਸਕਦਾ ਅਗਰ ਉਹਦੇ ਲੋਕੀ ਕਿਸੇ ਹੋਰ ਸ਼ੈ ਨੂੰ, ਜਿੰਨਾ ਕੀਮਤੀ ਖੁਦਾ ਨੂੰ ਜਾਣਨਾ ਚਾਹੀਦਾ ਹੈ, ਅਗਰ ਉਹਦੇ ਲੋਕੀ ਕਿਸੇ ਹੋਰ ਸ਼ੈ ਨੂੰ ਇੰਨਾ ਕੀਮਤੀ ਜਾਣਨ, ਉਹਦੇ ਬਾਰੇ 'ਚ ਇੰਨੀ ਉਹਨਾਂ ਦਾ ਦਿਲ ਉੱਥੇ ਹੋਏ, ਖੁਦਾ ਬਰਦਾਸ਼ਤ ਨਹੀਂ ਕਰਦਾ। ਤੇ ਮੈਂ ਦੇਵਾਂਗਾ 60 ਸੈਕਿੰਡਸ, 1 ਮਿੰਟ ਦੇਵਾਂਗਾ। ਅਸੀਂ ਸਾਰੇ ਖਾਮੋਸ਼ੀ 'ਚ ਸੋਚੀਏ, ਖੁਦਾ ਦੇ ਨਾਲ ਗੱਲ ਕਰੀਏ ਤੇ ਕਹੀਏ, ਖੁਦਾ ਮੇਰੀ ਜ਼ਿੰਦਗੀ 'ਚ ਕੋਈ ਹੈ ਸ਼ੈ ਜਿਹਨੂੰ ਮੈਂ ਬਹੁਤ ਕੀਮਤੀ ਜਾਣਨਾ, ਜੋ ਸ਼ਾਇਦ ਤੁਹਾਡੇ ਮੁਕਾਬਲੇ 'ਚ ਆਉਂਦੀ ਹੈ, ਜੋ ਇੱਕ ਮੇਰੀ ਜ਼ਿੰਦਗੀ 'ਚ ਇੱਕ ਬੁੱਤ ਬਣ ਸਕਦੀ ਹੈ। ਅਸੀਂ ਸੋਚੀਏ। हाँ सामल, मेरी जिंदगी च की है? आंटी जी बस सोचना है। अच्छा हाँ, बस सोचना है। दस और सेकंड मैं दवांगा, याद करिए। ओके, सही है। ਤੇ ਹਨਾ ਸਾਡੇ ਸਾਰੇ ਅਲੱਗ-ਅਲੱਗ ਸ਼ੈਵਾਂ ਨੇ, ਤੇ ਅਗਰ ਆਂਟੀ ਕੁਲੰਦਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ? ਅਗਰ ਕੋਈ ਕਰਨਾ ਚਾਹੁੰਦਾ ਤਾਂ ਫਿਰ ਨਾ ਜ਼ਰੂਰੀ ਨਹੀਂ ਕਿ ਤੁਸੀਂ ਸ਼ੇਅਰ ਕਰੋ। ਮੈਂ ਵੀ ਫੋਨ ਆ ਕੇ ਦੇਖਣ ਲੱਗ ਪੈਂਦੀ ਆ ਕਲਾਮ, ਤੇ ਜਦੋਂ ਕਲਾਮ ਵੱਲ ਜਾਂਦੀ ਆ ਤਾਂ ਮੈਂ ਕਹਿੰਦੀ ਚੱਲ ਛੱਡ ਪਰੇ, ਸਵੇਰ ਨੂੰ ਪੜ੍ਹ ਲਊਂਗੀ ਨਾ, ਤੇ ਵੀ ਉਹ ਮੈਂ ਫੋਨ ਤੇ ਦੇਖਦੀ ਰਹਿੰਦੀ ਆ। ਹਾਂਜੀ ਹਨਾ, ਤੇ ਇਹ ਹੋ ਸਕਦਾ ਹੈ ਇੱਕ ਬੁੱਤ ਤੁਹਾਡੀ ਜ਼ਿੰਦਗੀ 'ਚ, ਜਾਂ ਇਹ ਹੋ ਸਕਦਾ ਹੈ ਕਿ ਹਨਾ ਇੱਕ ਸ਼ੈ ਹੈ ਡੈਫੀਨਿਟਲੀ ਜਿਹਨੂੰ ਤੁਸੀਂ ਬਹੁਤ ਕੀਮਤੀ ਜਾਣਦੇ ਹੋ। ਹਨਾ, ਅਸੀਂ ਅੱਗੇ ਵੇਖਾਂਗੇ ਕਿ ਕਿੰਜੇ ਸਾਨੂੰ ਪਤਾ ਚੱਲੇਗਾ ਕਿ ਕੋਈ ਸ਼ੈ ਨੂੰ ਅਸੀਂ ਬਹੁਤ ਕੀਮਤੀ ਜਾਣਦੇ ਹਾਂ। ਹਨਾ, ਲੇਕਿਨ ਜਿਵੇਂ ਤੁਸੀਂ ਆਖੇ, ਤੁਹਾਡਾ ਫੋਨ ਹੋ ਸਕਦਾ ਹੈ, ਰਿਸ਼ਤੇਦਾਰ ਹੋ ਸਕਦੇ ਨੇ। ਹਨਾ, ਮੈਨੂੰ ਪਤਾ ਮੇਰੀ ਜ਼ਿੰਦਗੀ 'ਚ ਕੀ ਹੈ ਤੇ ਕੀ ਹੁੰਦਾ ਸੀ, ਤੇ ਉਹ ਵੀ ਮੈਂ ਸ਼ੇਅਰ ਕਰਾਂਗਾ। ਇੱਕ ਮੈਂ ਮਿਸਾਲ ਦੇਵਾਂਗਾ। ਮੈਨੂੰ ਯਾਦ ਹੈ ਜਦੋਂ ਮੈਂ ਜਿਮ ਜਾਂਦਾ ਸੀ 4-5 ਸਾਲ ਪਹਿਲਾਂ, ਮੈਂ ਯੂਨੀਵਰਸਿਟੀ ਦੇ ਦੌਰਾਨ, ਤੇ ਮੈਂ ਬਹੁਤ ਉਹਦੇ ਬਾਰੇ 'ਚ ਸੋਚਦਾ ਰਹਿੰਦਾ ਸੀ, ਜਿਮ ਦੇ ਬਾਰੇ 'ਚ। ਵਕਤ ਮੈਂ 2-3 ਘੰਟੇ ਜਿਮ 'ਚ ਹੁੰਦਾ ਸੀ ਦਿਨ 'ਚ, ਤੇ ਮੈਨੂੰ ਪਤਾ ਕਿ ਉਹ ਮੇਰੇ ਲਈ ਇੱਕ ਬੁੱਤ ਬਣ ਗਿਆ ਸੀ। ਮੇਰਾ ਜੋ ਜਿਵੇਂ ਬੋਡੀ ਜੋ ਸੀ,
ਜੋ ਮੈਂ ਬਣਾਈ ਸੀ ਉਹ ਮੇਰੇ ਲਈ ਇੱਕ ਬੁੱਤ ਬਣਾ ਸੀ ਤੇ ਉਸ ਵੇਲੇ ਮੈਨੂੰ ਨਹੀਂ ਪਤਾ ਚੱਲਿਆ ਸੀ ਤੇ ਜਦੋਂ ਮੈਂ ਬਾਅਦ 'ਚ ਮੈਂ ਕਲਾਮ ਹੋਰ ਪੜ੍ਹਿਆ ਫਿਰ ਮੈਨੂੰ ਸਮਝ ਆਇਆ ਕਿ ਨਹੀਂ ਉਸ ਵੇਲੇ ਜਦੋਂ ਮੈਂ ਜਾਣਦਾ ਸੀ ਉਹ ਇੱਕ ਬੁੱਤ ਬਣਿਆ ਸੀ ਤੇ ਅਸਾਂ ਸੋਚਿਆ ਹਨਾ ਤੇ ਅਸਾਂ ਸਾਰੇ ਗੌਰ ਕੀਤਾ ਹੈ ਅਸੀਂ ਇੱਕ ਹੋਰ ਆਇਤ ਵੇਖਨੇ ਹਾਂ ਜੋ ਇਹਦੇ ਬਾਰੇ 'ਚ ਗੱਲਬਾਤ ਕਰਦੇ ਹਾਂ ਉਹ ਹੈ ਲੂਕਾ 14 ਅਧਿਆਇ ਯਿਸੂ ਕੀ ਕਹਿੰਦਾ ਹੈ ਸਾਨੂੰ ਲੂਕਾ 14 ਅਧਿਆਇ ਤੇ ਦੀਪਕ ਭਾਈ ਇਹਦੀ ਤੁਸੀਂ 25 ਤੋਂ 25 to 27 ਮੇਰੇ ਵੱਡੀ ਪੀ ਸੌਰੀ ਲੂਕਾ ਉਹਦਾ 14 ਅਧਿਆਇ 25 ਤੋਂ 26 ਠੀਕ ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਹਨਾਂ ਨੂੰ ਆਖਿਆ ਜੇ ਕੋਈ ਮੇਰੇ ਕੋਲ ਆਵੇ ਔਰ ਆਪਣੇ ਪਿਓ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਦੇ ਭਾਈਆਂ ਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲੋਂ ਵੀ ਵਿਆਹ ਨਾ ਰੱਖੋ ਤਾਂ ਉਹ ਮੇਰੇ ਚੇਲਾ ਨਹੀਂ ਹੋ ਸਕਦਾ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਆਵੇ ਮੇਰਾ ਚੇਲਾ ਨਹੀਂ ਹੋ ਸਕਦਾ ਤੁਹਾਡੇ ਵਿੱਚੋਂ ਕੌਣ ਹੈ ਜਿਹਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖਰਚ ਦਾ ਲੇਖਾ ਨਾ ਕਰੇ ਭਾਈ ਮੇਰੇ ਆਮੀਨ ਤੇ ਕੀ ਕਹਿੰਦੇ ਜੋ ਲੋਕੀ ਉਹਦੇ ਪਿੱਛੇ ਚੱਲਣੇ ਸੀ ਕਹਿੰਦੇ ਸੀ ਕਿ ਅਗਰ ਅਸਲ 'ਚ ਤੁਸੀਂ ਮੇਰੇ ਪਿੱਛੇ ਚੱਲਣਾ ਚਾਹੁੰਦੇ ਹੋ ਕਹਿੰਦਾ ਕਿ ਤੁਹਾਨੂੰ ਨਫ਼ਰਤ ਕਰਨੀ ਹੋਗੀ ਆਪਣੇ ਪਰਿਵਾਰ ਨਾਲ ਤੇ ਆਪਣੀ ਜਾਨ ਨਾਲ ਅਗਰ ਤੁਸੀਂ ਮੇਰੇ ਪਿੱਛੇ ਚੱਲਣਾ ਚਾਹੁੰਦੇ ਹੋ ਦੁਸ਼ਮਣੀ ਕੀ ਕਹਿੰਦੇ ਯਿਸੂ ਕਿ ਯਿਸੂ ਇਹ ਕਹਿੰਦੇ ਕਿ ਆਪਣੇ ਮਾਂ-ਬਾਪ ਨਾਲ ਨਫ਼ਰਤ ਕਰੋ ਯਿਸੂ ਇਹ ਨਹੀਂ ਕਹਿੰਦੇ ਯਿਸੂ ਨੇ ਕੋਈ ਹੋਰ ਯਿਸੂ ਨੇ ਫਰੀਸੀਆਂ ਦੇ ਖਿਲਾਫ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਆਖਿਆ ਕਿ ਤੁਸੀਂ ਹਨਾ ਆਪਣੀ ਮਾਂ-ਬਾਪ ਤੁਸੀਂ ਸਿਖਾਉਂਦੇ ਹੋ ਲੋਕਾਂ ਨੂੰ ਕਿ ਆਪਣੀ ਮਾਂ-ਬਾਪ ਦੀ ਇੱਜ਼ਤ ਨਾ ਕਰੋ ਨਾ ਤੇ ਉਹਨਾਂ ਨੂੰ ਡਾਂਟਣ ਦਿਆ ਸੀ ਤੇ ਹੋਰ ਜਗ੍ਹਾ ਯਿਸੂ ਨੇ ਹੁਕਮ ਦਿੱਤਾ ਕਿਸੇ ਨੂੰ ਕਿ ਆਪਣੇ ਮਾਂ-ਬਾਪ ਦੀ ਇੱਜ਼ਤ ਕਰੋ ਯਿਸੂ ਇਹ ਨਹੀਂ ਸਿਖਾਉਣ ਡਿਆ ਕਿ ਆਪਣੀ ਮਾਂ-ਬਾਪ ਦੀ ਇੱਜ਼ਤ ਨਹੀਂ ਕਰਨੀ ਲੇਕਿਨ ਅਗਰ ਅਸੀਂ ਇਹੀ ਗੱਲ ਮੱਤੀ 'ਚ ਵੀ ਕਹਿੰਦੇ ਯਿਸੂ ਤੇ ਉੱਥੇ ਕਹਿੰਦਾ ਹੈ ਕਿ ਅਗਰ ਕੋਈ ਵੀ ਆਪਣੇ ਮਾਂ-ਬਾਪ ਨੂੰ ਆਪਣੇ ਪਰਿਵਾਰ ਨੂੰ ਮੇਰੇ ਤੋਂ ਜ਼ਿਆਦਾ ਪ੍ਰੇਮ ਕਰੇ ਉਹ ਮੇਰਾ ਚੇਲਾ ਨਹੀਂ ਬਣ ਸਕਦਾ ਅਗਰ ਅਸੀਂ ਇਹ ਦੋ ਗੱਲਾਂ ਮਿਲਾਈਏ ਜੋ ਮੱਤੀ ਲਿਖਦਾ ਹੈ ਤੇ ਜੋ ਲੂਕਾ ਲਿਖਦਾ ਹੈ ਸਾਨੂੰ ਕੀ ਪਤਾ ਚੱਲਦਾ ਹੈ ਯਿਸੂ ਕਹਿੰਦੇ ਕਿ ਤੁਹਾਡਾ ਪਿਆਰ ਹੈ ਆਪਣੇ ਮਾਂ-ਬਾਪ ਲਈ ਤੇ ਫਿਰ ਤੁਹਾਡਾ ਪਿਆਰ ਹੈ ਮੇਰੇ ਲਈ ਕਹਿੰਦਾ ਕਿ ਤੁਹਾਡਾ ਪਿਆਰ ਆਪਣੇ ਮਾਂ-ਬਾਪ ਲਈ ਮੇਰੇ ਤੋਂ ਬਹੁਤ ਘੱਟ ਹੋਣਾ ਚਾਹੀਦਾ ਇੰਨਾ ਘੱਟ ਕਿ ਇੰਜ ਅਸਲ 'ਚ ਲੱਗੇ ਕਿ ਤੁਸੀਂ ਆਪਣੇ ਮਾਂ-ਬਾਪ ਨਾਲ ਨਫ਼ਰਤ ਕਰਦੇ ਹੋ ਇੰਨਾ ਫਰਕ ਹੋਣਾ ਚਾਹੀਦਾ ਨਾ ਕਹਿੰਦੇ ਕਿ ਅਗਰ ਕੋਈ ਫੈਸਲਾ ਅਗਰ ਤੁਹਾਡੇ ਮਾਂ-ਬਾਪ ਤੁਹਾਨੂੰ ਕਹਿਣ ਕਿ ਬੇਟੇ ਜਾਂ ਸਾਨੂੰ ਛੱਡ ਦੇ ਜਾਂ ਯਿਸੂ ਨੂੰ ਛੱਡ ਦੇ ਯਿਸੂ ਕਹਿੰਦੇ ਕਿ ਅਗਰ ਇੰਜ ਦਾ ਸਿਚੁਏਸ਼ਨ ਆਏ ਹਾਲਾਤ ਹੋਏ ਕਿ ਤੁਹਾਡੇ ਮਾਂ-ਬਾਪ ਤੁਹਾਨੂੰ ਕਹਿਣ ਕਿ ਜਾਂ ਸਾਨੂੰ ਛੱਡ ਜਾਂ ਯਿਸੂ ਨੂੰ ਛੱਡ ਤੇ ਫਿਰ ਯਿਸੂ ਕਹਿੰਦੇ ਕਿ ਫੈਸਲਾ ਕਰਨ 'ਚ ਤੁਹਾਨੂੰ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਕਿ ਕਿਹੜੇ ਰਸਤੇ ਜਾਣਾ ਕਿਉਂਕਿ ਤੁਹਾਡਾ ਪਿਆਰ ਮੇਰੇ ਲਈ ਬਹੁਤ ਜ਼ਿਆਦਾ ਹੋਣਾ ਚਾਹੀਦਾ ਤੇ ਇੰਜ ਹੀ ਯਿਸੂ ਸਾਨੂੰ ਕਹਿੰਦਾ ਹਰ ਬਾਕੀ ਸ਼ੈ ਲਈ ਕਹਿੰਦਾ ਕਿ ਤੁਹਾਡਾ ਪਿਆਰ ਤੁਹਾਡੇ ਪਰਿਵਾਰ ਲਈ ਤੁਹਾਡੀ ਨੌਕਰੀ ਲਈ ਤੁਹਾਡੀ ਆਪਣੀ ਇੱਜ਼ਤ ਲਈ ਬੱਚਿਆਂ ਲਈ ਪੈਸਿਆਂ ਲਈ ਤੁਹਾਡੀ ਜੋ ਵੀ ਸਟੇਟਸ ਹੈ ਜੋ ਜਿੰਨਾ ਵੀ ਪਿਆਰ ਕਰਦੇ ਹੋ ਕਿ ਪੱਕਾ ਹੋ ਜਾਵਾਂ ਜਾਂ ਕੁਝ ਵੀ ਮੈਂ ਕਹਿੰਦਾ ਕਿ ਜੋ ਤੁਹਾਡਾ ਪਿਆਰ ਹੈ ਉਹ ਸ਼ੈਵਾਂ ਲਈ ਮੇਰੇ ਮੁਕਾਬਲੇ 'ਚ ਬਹੁਤ ਘੱਟ ਹੋਣਾ ਚਾਹੀਦਾ ਆਮੀਨ ਤੇ ਕੀ ਹੋਏਗਾ ਅਗਰ ਅਸੀਂ ਇੰਜ ਦੀ ਸ਼ੈਵਾਂ ਰੱਖੀਏ ਆਪਣੀ ਜ਼ਿੰਦਗੀ 'ਚ ਜੋ ਇਹ ਸ਼ੈਵਾਂ ਜਿਨ੍ਹਾਂ ਨੂੰ ਅਸੀਂ ਯਿਸੂ ਦੇ ਜੋ ਸਾਡਾ ਪਿਆਰ ਹੈ ਉਨ ਸ਼ੈਵਾਂ ਲਈ ਯਿਸੂ ਦੇ ਕਰੀਬ ਆਣ ਡਿਆ ਜੋ ਜਿਸ ਲੈਵਲ ਤੇ ਅਸੀਂ ਯਿਸੂ ਨੂੰ ਪਿਆਰ ਕਰਨੇ ਆ ਕੀ ਹੋਏਗਾ ਅਗਰ ਇੰਜ ਦੀ ਸ਼ੈਵਾਂ ਹੋਣ ਸਾਡੀ ਜ਼ਿੰਦਗੀ 'ਚ ਜੋ ਉਸ ਪਿਆਰ ਦੇ ਕਰੀਬ ਆਉਂਦੀਆਂ ਨੇ ਜਿਵੇਂ ਮੈਨੂੰ ਲੱਗਦਾ ਹੈ ਜੋ ਮੈਂ ਸਮਝਣਾ ਕਿ ਇਬਰਾਹਿਮ
ਉਹਦੀ ਜ਼ਿੰਦਗੀ 'ਚ ਆਉਣ ਡਿਆ ਸੀ। ਇਸਹਾਕ ਨਾਲ ਉਹ ਮੈਨੂੰ ਜੋ ਮੈਂ ਸਮਝਣਾ ਕਿ ਇਸਹਾਕ ਨੂੰ ਬਹੁਤ ਪ੍ਰੇਮ ਕਰਦਾ ਸੀ, ਹਨਾ। ਉਹ ਚੰਗਾ ਹੈ, ਪ੍ਰੇਮ ਕਰਨਾ ਚਾਹੀਦਾ ਹੈ, ਲੇਕਿਨ ਜਿੰਨਾ ਪ੍ਰੇਮ ਤੇ ਜਿੰਨਾ ਕੀਮਤੀ ਖੁਦਾ ਨੂੰ ਸਮਝਦਾ ਸੀ ਇਬਰਾਹਿਮ, ਤੇ ਇਸਹਾਕ ਲਈ ਪਿਆਰ ਤੇ ਖੁਦਾ ਲਈ ਪਿਆਰ ਉਹ ਕਰੀਬ ਆਣ ਡਿਆ ਸੀ। ਤੇ ਖੁਦਾ ਨੇ ਆਖਿਆ ਕਿ ਨਹੀਂ, ਹਨਾ, ਤੇਰਾ ਪ੍ਰੇਮ ਇਸਹਾਕ ਲਈ ਬਹੁਤ, ਹਨਾ, ਮੇਰੇ ਕਰੀਬ ਆਣ ਡਿਆ, ਇਸਹਾਕ ਤੇਰੇ ਲਈ ਬੁੱਤ ਬਣਨ ਡਿਆ, ਕਹਿੰਦੇ ਇਸਹਾਕ ਮੈਨੂੰ ਦੇ। ਸਾਨੂੰ ਪਤਾ ਕਿ, ਹਨਾ, ਅਸਲ 'ਚ ਨਹੀਂ ਉਹਨੇ ਮਾਰਿਆ ਇਬਰਾਹਿਮ ਨੇ, ਲੇਕਿਨ ਖੁਦਾ ਵੇਖਣ ਡਿਆ ਸੀ ਕਿ ਇਹ ਮੈਨੂੰ ਦੇਗਾ ਜਾਂ ਨਹੀਂ। ਕਿਉਂ? ਕਿਉਂਕਿ ਜਦੋਂ ਤੁਸੀਂ ਆਪਣੀ ਸਭ ਤੋਂ ਕੀਮਤੀ ਸ਼ੈ ਖੁਦਾ ਨੂੰ ਦੇ ਸਕਦੇ ਹੋ, ਇਹਦਾ ਮਤਲਬ ਕਿ ਹਾਂ, ਅਸਲ 'ਚ ਖੁਦਾ ਹੀ ਹੈ ਤੁਹਾਡਾ ਖੁਦਾ, ਤੇ ਕੋਈ ਹੋਰ ਬੁੱਤ ਨਹੀਂ ਹੈ ਤੁਹਾਡੀ ਜ਼ਿੰਦਗੀ 'ਚ। ਲੇਕਿਨ ਕੀ ਹੋਏਗਾ ਅਗਰ ਤੁਸੀਂ ਰੱਖੋ ਆਪਣੀ ਜ਼ਿੰਦਗੀ 'ਚ ਬੁੱਤ? ਪਹਿਲੀ ਗੱਲ ਹੈ, ਜਿਵੇਂ ਮੈਂ ਆਖਿਆ ਸੀ ਆਪਣੇ ਦੋਸਤ ਨੂੰ, ਕਿ ਤੁਹਾਡਾ ਇੰਟਰਸਟ ਖੁਦਾ ਦੀ ਸ਼ੈਵਾਂ 'ਚ, ਕਲਾਮ ਪੜ੍ਹਨ 'ਚ, ਦੁਆ 'ਚ ਕਿਉਂ ਘੱਟ ਹੋਇਆ? ਕਿਉਂਕਿ ਤੁਹਾਡੀ ਜ਼ਿੰਦਗੀ 'ਚ ਕੋਈ ਹੈ ਸ਼ੈ ਜਿਹਨੂੰ ਤੁਸੀਂ ਜ਼ਿਆਦਾ ਕੀਮਤੀ, ਜ਼ਿਆਦਾ ਨਹੀਂ, ਲੇਕਿਨ ਤੁਸੀਂ ਬਹੁਤ ਕੀਮਤੀ ਜਾਣਦੇ ਹੋ ਨਾ। ਖੁਦਾ ਤੋਂ ਨਹੀਂ ਸ਼ਾਇਦ ਜ਼ਿਆਦਾ, ਲੇਕਿਨ ਫਿਰ ਵੀ ਬਹੁਤ, ਹਨਾ, ਹੱਦ ਤੋਂ ਜ਼ਿਆਦਾ ਤੁਸੀਂ ਇਹਨੂੰ ਕੀਮਤੀ ਜਾਣਦੇ ਹੋ। ਤੇ ਮੈਂ ਕੋਈ ਆਇਤ ਨਹੀਂ ਸੀ ਮੇਰੇ ਕੋਲ, ਮੈਨੂੰ ਪਤਾ ਨਹੀਂ ਸੀ ਕਿ ਕहीं ਲਿਖਾ ਵੀ ਹੈ ਜਾਂ ਨਹੀਂ, ਲੇਕਿਨ ਮੈਨੂੰ ਖੁਦਾ ਨੇ ਯਾਦ ਕਰਾਈ ਇੱਕ ਆਇਤ ਅੱਜ ਹੀ ਸੁਬਹ। ਉਹ ਹੈ ਮੱਤੀ ਉਹਦੇ 6 ਅਧਿਆਇ 'ਚ। ਭਾਈ ਪੜੋ, ਮੱਤੀ 6 ਅਧਿਆਇ ਉਹਦੀ 19 ਤੋਂ 21 ਆਇਤ। 19 ਤੋਂ 21। ਯੈਸ ਪਲੀਜ਼। ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜ, ਜਿੱਥੇ ਕੀੜਾ ਅਤੇ ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜ, ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ, ਔਰ ਜਿੱਥੇ ਚੋਰ ਸਨ ਮਾਰਦੇ ਹਨ, ਚੁਰਾਉਂਦੇ ਹਨ। ਪਰ ਸਵਰਗ ਵਿੱਚ ਆਪਣੇ ਲਈ ਧਨ ਜੋੜ, ਜਿੱਥੇ ਨਾ ਕੀੜਾ ਨਾ ਜੰਗਲ ਵਿਗਾੜਦਾ ਹੈ, ਨਾ ਜਿੱਥੇ ਚੋਰ ਨਾ ਸੁੰਨ ਮਾਰਦੇ ਹਨ, ਨਾ ਚੁਰਾਉਂਦੇ ਹਨ। ਕਿਉਂਕਿ ਜਿੱਥੇ ਤੇਰਾ ਧਨ ਹੈ, ਉੱਥੇ ਤੇਰਾ ਮਨ ਵੀ ਹੋਵੇਗਾ। ਸਰੀਰ ਦਾ ਬਸ। ਦੀਵਾ ਅੱਖ ਹੈ, ਇਸ ਲਈ ਜੇ ਤੇਰੀ ਅੱਖ ਆਮੇਨ। ਨਿਰਮਲ, ਆਮੇਨ। ਓਕੇ, ਇਸ ਕੀ ਵੇਖਣ ਡਿਆ? ਕਹਿੰਦੇ ਕਿ ਜਿੱਥੇ ਤੁਹਾਡਾ ਧਨ ਹੈ, ਉੱਥੇ ਤੁਹਾਡਾ ਮਨ ਵੀ ਹੈ। ਜਿੱਥੇ ਤੁਹਾਡਾ ਧਨ ਹੈ, ਉੱਥੇ ਤੁਹਾਡਾ ਮਨ ਹੈ। ਜਿੱਥੇ ਜੋ ਤੁਸੀਂ ਸ਼ੈ ਬਹੁਤ ਕੀਮਤੀ ਜਾਣਦੇ ਹੋ, ਜਿਸ ਸ਼ੈ ਨੂੰ ਤੁਸੀਂ ਆਪਣਾ ਧਨ ਬਣਾਇਆ, ਜੋ ਮਿਸਾਲ ਇੱਥੇ ਦੇਣ ਡੇ ਯਿਸੂ ਕਿ ਦੁਨਿਆਵੀ ਸ਼ੈਵਾਂ ਤੇ ਰੂਹਾਨੀ ਸ਼ੈਵਾਂ ਦੀ ਗੱਲ ਕਰਨ ਡਿਆ। ਕਹਿੰਦੇ ਕਿ ਕਿਹੜੀ ਸ਼ੈ ਨੂੰ ਤੁਸੀਂ ਆਪਣਾ ਧਨ ਬਣਾਵੋਗੇ। ਲੇਕਿਨ ਅਸੀਂ ਇਹੀ ਗੱਲ ਅਗਰ ਸਮਝੀਏ ਕਿ ਅਗਰ ਤੁਹਾਡਾ ਫੋਨ ਤੁਹਾਡਾ ਧਨ ਹੈ, ਤੇ ਕਹਿੰਦੇ ਕਿ ਤੁਹਾਡੀ ਜੋ ਇੰਟਰਸਟ, ਸ਼ੌਕ ਉੱਥੇ ਹੀ ਹੋਵੇਗਾ। ਤੁਹਾਡੀ ਪਰਿਵਾਰ ਤੁਹਾਡਾ ਧਨ ਹੈ, ਤੇ ਤੁਹਾਡੇ ਸੋਚਾਂ ਉੱਥੇ ਹੀ ਹੋਣਗੀਆਂ। ਸਾਡੇ ਕੋਲ, ਹਨਾ, ਅਸੀਂ ਬਹੁਤ ਜ਼ਿਆਦਾ ਸ਼ੈਵਾਂ ਨੂੰ ਨਹੀਂ ਦੇ ਸਕਦੇ ਆਪਣਾ ਇੰਟਰਸਟ। ਅਗਰ ਇੱਕ ਸ਼ੈ ਨੂੰ ਅਸੀਂ ਬਹੁਤ ਕੀਮਤੀ ਜਾਣਦੇ ਹਾਂ, ਤੇ ਬਾਕੀ ਸ਼ੈਵਾਂ 'ਚ ਸਾਡਾ ਇੰਟਰਸਟ ਘੱਟ ਹੋਏਗਾ। ਤੇ ਜਿਵੇਂ ਮੇਰਾ ਫਰੈਂਡ, ਉਹ ਆਪਣੇ ਫੋਨ ਨੂੰ ਬਹੁਤ ਕੀਮਤੀ ਜਾਣਦੇ ਸੀ, ਤੇ ਉਹਨਾਂ ਦਾ ਇੰਟਰਸਟ ਖੁਦਾ ਦੀ ਸ਼ੈਵਾਂ ਲਈ ਘੱਟ ਹੋ ਗਿਆ ਸੀ। ਤੇ ਅਗਰ ਤੁਹਾਨੂੰ ਲੱਗਣ ਡਿਆ ਕਿ ਜਿੰਨਾ ਸ਼ੌਕ ਹੁੰਦਾ ਸੀ ਪਹਿਲਾਂ, ਉਹ ਨਹੀਂ ਹੈ ਕਲਾਮ ਲਈ, ਖੁਦਾ ਦੀ ਸ਼ੈਵਾਂ ਲਈ, ਤੇ ਤੁਸੀਂ ਸੋਚੋ ਕਿ ਕੋਈ ਹੋਰ ਸ਼ੈ ਹੈ ਜੋ ਮੈਂ ਆਪਣਾ ਧਨ ਬਣਾਇਆ ਆਪਣੀ ਜ਼ਿੰਦਗੀ 'ਚ। ਕੋਈ ਹੋਰ ਸ਼ੈ ਹੈ ਜੋ ਉਹ ਮੇਰਾ ਟਾਈਮ ਤੇ ਮੇਰਾ ਇੰਟਰਸਟ ਲੈਣ ਡਿਆ। ਇਹ ਹੈ ਪਹਿਲੀ ਇੱਕ ਨੁਕਸਾਨ ਜੋ ਹੁੰਦਾ ਹੈ। ਇੱਕ ਜਦੋਂ ਕੋਈ ਸ਼ੈ ਹੋਏ ਸਾਡੀ ਜ਼ਿੰਦਗੀ 'ਚ ਜਿਹਨੂੰ ਅਸੀਂ ਬਹੁਤ ਹੱਦ ਤੋਂ ਜ਼ਿਆਦਾ ਕੀਮਤੀ ਜਾਣਦੇ ਹਾਂ। ਇੱਕ ਹੋਰ ਸ਼ੈ ਜੋ ਪਿਛਲੇ ਹਫ਼ਤੇ ਮੈਂ ਕਿਸੇ ਨਾਲ ਗੱਲ ਕਰਨ ਡਿਆ ਸੀ, ਤੇ ਪ੍ਰੇਅਰ ਮੀਟਿੰਗ 'ਚ ਮੈਂ ਜ਼ਿਕਰ ਕੀਤਾ ਸੀ, ਤੇ ਮੈਂ ਕਦੇ ਇਹਦੇ ਬਾਰੇ 'ਚ ਮੈਂ ਬਹੁਤ ਘੱਟ ਇਹਦੇ ਤੇ ਪ੍ਰਚਾਰ, ਤੇ ਇਹ ਹੈ
ਮਰਕਸ 4 ਅਧਿਆਇ 'ਚ। ਮਰਕਸ 4 ਅਧਿਆਇ ਅਤੇ ਉਹਦੀ 14 ਤੋਂ 20 ਆਇਤ। 14 ਤੋਂ 20। ਤਾਂ ਕੀ ਹੋਣ ਡਿਆ, ਯਸੂ ਇੱਥੇ ਇੱਕ ਮਿਸਾਲ ਦੇਣ ਡਿਆ ਲੋਕਾਂ ਨੂੰ, ਹਨਾ। ਜੋ ਬੰਦਾ ਬੀਜ ਬੋਣ ਡਿਆ ਸੀ, ਉਹਨੇ ਮਿਸਾਲ ਦਿੱਤੀ ਹੈ ਤੇ ਹੁਣ ਇਹਦਾ ਤਰਜਮਾ ਦੇਣ ਡਿਆ ਉਸ ਮਿਸਾਲ ਦਾ। ਜੀ ਪੜੋ। ਬੀਜ ਵਾਲਾ ਬਚਨ ਬੀਜਦਾ ਹੈ ਅਤੇ ਪੈਸੇ ਦੇ ਕਿਨਾਰੇ ਵਿੱਚ ਜਿੱਥੇ ਬਚਨ ਬੀਜਿਆ ਜਾਂਦਾ ਹੈ, ਸੋ ਇਹ ਲੋਕ ਹਨ ਭਾਈ। ਜਦ ਉਹਨੇ ਸੁਣ ਲਿਆ ਤਦ ਸ਼ੈਤਾਨ ਉਵੇਂ ਆਣ ਕੇ ਉਸਦੇ ਬਚਨ ਨੂੰ ਲੈ ਜਾਂਦਾ ਜਿਹੜਾ ਉਹਨਾਂ ਵਿੱਚ ਬੀਜਿਆ ਗਿਆ ਸੀ। ਅਤੇ ਇਸੇ ਤਰ੍ਹਾਂ ਜਿਹੜਾ ਪਥਰੀਲੀਆਂ ਥਾਂ ਵਿੱਚ ਬੀਜੇ ਜਾਂਦੇ ਹਨ, ਸੋ ਉਹ ਹਨ ਜਿਹੜੇ ਬਚਨ ਨੂੰ ਸੁਣਦੇ ਹਨ, ਸਾਰ ਖੁਸ਼ੀ ਨਾਲ ਉਹਨੂੰ ਮੰਨ ਲੈਂਦੇ ਹਨ ਅਤੇ ਆਪਣੇ ਵਿੱਚ ਜੜ ਨਹੀਂ ਰੱਖਦੇ, ਪਰ ਥੋੜਾ ਚਿਰ ਰਹਿੰਦੇ ਹਨ ਅਤੇ ਜਾਂ ਬਚਨ ਦੇ ਕਾਰਨ ਦੁੱਖ ਵਿੱਚ ਪੈਂਦੇ ਜਾਂ ਸਤਾਏ ਜਾਂਦੇ ਹਨ। ਆਮੇਨ। ਆਮੇਨ। ਅਸੀਂ ਅੱਗੇ ਪੜਾਂਗੇ, ਲੇਕਿਨ ਦੱਸਦਾ ਵਾਂ ਕੀ ਹੋਣ ਡਿਆ। ਉਹ ਪਹਿਲੀ ਜੋ ਜ਼ਮੀਨ ਹਨਾ, 4 ਜ਼ਮੀਨ ਸਨ, ਜ਼ਮੀਨਾਂ ਦੀ ਕਿਸਮਾਂ। ਤੇ ਸਾਨੂੰ ਪਤਾ ਹੈ ਕਿ ਜੋ ਜ਼ਮੀਨ ਹੈ ਉਹ ਦਰਸਾਉਂਦਾ ਦਿਲ ਦੀ ਹਾਲਤ। ਤੇ ਪਹਿਲੀ ਜੋ ਸੀ ਉਹ ਸੀ ਜੋ ਰਸਤਾ ਸੀ, ਉਹਦੇ ਤੇ ਬੀਜ ਡਿੱਗਿਆ। ਤੇ ਇਹ ਸੀ ਉਹ ਲੋਕੀ ਜੋ ਸਮਝਦੇ ਨਹੀਂ ਹੈ, ਜਿਨ੍ਹਾਂ ਨੂੰ ਸਮਝ ਨਹੀਂ ਆਏ ਕਲਾਮ ਦੀ। ਤੇ ਅਗਰ ਤੁਹਾਨੂੰ ਸਮਝ ਨਾ ਆਏ ਤੇ ਫਿਰ ਕਲਾਮ ਦਾ ਫਾਇਦਾ ਨਹੀਂ ਹੋਗਾ ਤੁਹਾਡੀ ਜ਼ਿੰਦਗੀ 'ਚ। ਦੂਜੀ ਕਿਸਮ ਸੀ ਜੋ ਪਥਰੀਲੀ ਜ਼ਮੀਨ। ਤੇ ਕਹਿੰਦੇ ਕਿ ਇਹ ਸੀ ਜੋ ਜਿਨ੍ਹਾਂ ਦੀ ਜ਼ਿੰਦਗੀ 'ਚ ਜੜ ਨਹੀਂ ਬਣੀ। ਅਗਰ ਜੜ ਨਹੀਂ ਬਣੇਗੀ ਤੇ ਕਲਾਮ ਦੀ, ਤੇ ਫਿਰ ਫਾਇਦਾ ਨਹੀਂ ਹੋਏਗਾ ਤੁਹਾਡੀ ਜ਼ਿੰਦਗੀ 'ਚ। ਜੋ ਮੈਂ ਗੌਰ ਕਰਨਾ ਚਾਹੁੰਦੇ ਹਾਂ ਉਹ ਹੈ ਤੀਜੀ ਜ਼ਮੀਨ। ਤੀਜੀ ਜ਼ਮੀਨ ਤੇ ਦੇਖਦੇ ਹਾਂ ਕੀ ਹੈ ਮਤਲਬ। ਅੱਗੇ ਪੜੋ ਭਾਈ। ਝੱਟ ਠੋਕਰ ਖਾਂਦੇ ਹਨ ਅਤੇ ਹੋਰ ਉਹ ਹਨ ਜਿਹੜੇ ਕੰਡਿਆਲੀਆਂ ਵਿੱਚ ਬੀਜੇ ਜਾਂਦੇ ਹਨ। ਇਹ ਉਹ ਹਨ ਜਿਹੜੇ ਬਚਨ ਸੁਣਿਆ ਅਤੇ ਦੁਨੀਆ ਦੀਆਂ ਚਿੰਤਾ ਔਰ ਧਨ ਦਾ ਧੋਖਾ ਅਤੇ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਬਚਨ ਨੂੰ ਦਬਾ ਲੈਂਦੇ ਹਨ ਅਤੇ ਉਹ ਅਲਫ ਰਹਿੰਦਾ ਹੈ। ਅਤੇ ਜਿਹੜਾ ਚੰਗੀ ਜ਼ਮੀਨ ਵਿੱਚ ਬੀਜੇ ਗਏ ਸਨ, ਸੋ ਉਹ ਲੋਕ ਹਨ ਜਿਹੜੇ ਬਚਨ ਨੂੰ ਸੁਣ ਕੇ ਮੰਨ ਲੈਂਦੇ ਹਨ ਅਤੇ ਫਲ ਦਿੰਦੇ ਹਨ, ਕੁਝ 30 ਗੁਣਾ, ਕੁਝ 60 ਗੁਣਾ, ਕੁਝ 100 ਗੁਣਾ। ਆਮੇਨ। ਆਮੇਨ। ਤੇ ਇਹ ਤੀਜੀ ਜਿਹੜੀ ਜ਼ਮੀਨ ਹੈ ਇਹ ਹੈ ਕੰਡਿਆਂ ਵਾਲੀ ਜ਼ਮੀਨ। ਤੇ ਇੱਥੇ ਕੀ ਯਿਸੂ ਕਹਿੰਦਾ 18 ਤੇ 19 ਆਇਤ 'ਚ ਕਿ ਕਲਾਮ ਜਾਂਦੇ ਉਹਨਾਂ ਦੀ ਜ਼ਿੰਦਗੀ 'ਚ, ਲੇਕਿਨ ਅਗਰ ਉਹਨਾਂ ਦਾ ਦਿਲ ਕੰਡਿਆਂ ਵਾਲਾ ਜ਼ਮੀਨ ਹੈ ਤੇ ਕਹਿੰਦਾ ਕਿ ਪਹਿਲੀ ਗੱਲ ਹਨਾ ਫਿਕਰਾਂ, ਤੇ ਕਹਿੰਦਾ ਤਨ ਦਾ ਧੋਖਾ, ਤੇ ਫਿਰ ਤੀਜੀ ਗੱਲ ਦੂਜੀ ਸ਼ੈਵਾਂ ਦੀ ਖਾਹਿਸ਼। ਨਾ ਕਹਿੰਦਾ ਇਹ ਸ਼ੈਵਾਂ ਕਲਾਮ ਨੂੰ ਬੇਫਾਇਦਾ ਬਣਾ ਦਿੰਦੀ ਹੈ ਤੁਹਾਡੀ ਜ਼ਿੰਦਗੀ 'ਚ। ਤੁਸੀਂ ਸ਼ਾਇਦ ਬਹੁਤ ਕਲਾਮ ਪ੍ਰਚਾਰ ਸੁਣਦੇ ਹੋ ਤੇ ਕਲਾਮ ਸ਼ਾਇਦ ਪੜ੍ਹਦੇ ਵੀ ਹੋ, ਲੇਕਿਨ ਅਗਰ ਤੁਹਾਡੇ ਦਿਲ 'ਚ ਇਹ ਸ਼ੈਵਾਂ ਨੇ ਨਾ, ਸ਼ੈਵਾਂ ਦੀ ਫਿਕਰਾਂ, ਪੈਸੇ ਦੀ ਲਾਲਚ, ਤੇ ਨਾਲੇ ਦੂਜੀ ਸ਼ੈਵਾਂ ਦੀ ਖਾਹਿਸ਼। ਕਹਿੰਦੇ ਕਿ ਹਨਾ ਤੁਸੀਂ ਸ਼ਾਇਦ ਪੜ੍ਹਨ ਦਿਓ ਕਲਾਮ, ਲੇਕਿਨ ਜਿੰਨਾ ਫਾਇਦਾ ਹੋ ਸਕਦਾ ਹੈ ਉਸ ਕਲਾਮ ਦਾ ਤੁਹਾਡੀ ਜ਼ਿੰਦਗੀ 'ਚ, ਜਿੰਨਾ ਅਸਰ ਹੋ ਸਕਦਾ ਹੈ ਉਹ ਨਹੀਂ ਹੋਊਗਾ। ਤੇ ਅਗਰ ਤੁਹਾਡੀ ਜ਼ਿੰਦਗੀ 'ਚ ਕੋਈ ਸ਼ੈ ਹੈ ਜਿਹਨੂੰ ਤੁਸੀਂ ਬਹੁਤ ਕੀਮਤੀ ਜਾਣਦੇ ਹੋ, ਹਨਾ, ਯਿਸੂ ਕਹਿੰਦਾ ਕਿ ਦੂਜੀ ਸ਼ੈਵਾਂ ਦੀ ਖਾਹਿਸ਼। ਉਰਦੂ 'ਚ ਕਿੰਜ ਲਿਖਿਆ? और चीजों का लालच। लालच, हाँ। दुनिया की फिक्र, दौलत का फरेब, यानी कि धोखा, दौलत का फरेब और चीजों का लालच। हाँ, है ना। लालच ਕੁਲਸੀਆਂ 'ਚ ਸਾਨੂੰ ਦੱਸਦਾ ਕਿ ਲਾਲਚ ਜੋ ਹੈ ਉਹ ਬੁੱਤ ਪ੍ਰਸਤੀ ਹੈ। ਜਦੋਂ ਲਾਲਚ ਹੁੰਦਾ, ਜਦੋਂ ਅਸੀਂ ਦੂਜੀ ਸ਼ੈਵਾਂ ਨੂੰ ਅਸੀਂ ਕਿ ਲੋਕੀ ਮੇਰੇ ਬਾਰੇ 'ਚ ਕੀ ਕਹਿੰਦੇ ਨੇ, ਅਸੀਂ ਅਗਰ ਉਸ ਸ਼ੈ ਨੂੰ ਬਹੁਤ ਉੱਚਾ, ਬਹੁਤ ਕੀਮਤੀ ਜਾਣਦੇ ਹਾਂ ਤੇ ਉਹ ਸ਼ੈ ਹਨਾ ਕਲਾਮ ਨੂੰ ਬੇਫਾਇਦਾ ਕਰੇਗੀ ਸਾਡੀ ਜ਼ਿੰਦਗੀ 'ਚ। ਅਗਰ ਅਸੀਂ ਪੈਸਿਆਂ ਨੂੰ ਬਹੁਤ ਕੀਮਤੀ ਜਾਣਦੇ ਹਾਂ, ਲੋਕਾਂ ਦੀ ਇੱਜ਼ਤ ਨੂੰ ਬਹੁਤ ਕੀਮਤੀ ਅਗਰ ਜਾਣਦੇ ਹਾਂ, ਐਜੂਕੇਸ਼ਨ ਨੂੰ, ਗੱਡੀ ਨੂੰ, ਨੌਕਰੀ ਨੂੰ, ਕੋਈ ਦੂਜੇ ਇਨਸਾਨ ਨੂੰ ਅਗਰ ਅਸੀਂ ਬਹੁਤ ਕੀਮਤੀ ਜਾਣਦੇ ਹਾਂ,
तो कलाम जिन्ना फायदा पहुंचा सकता है साडी जिंदगी च इन्ना नहीं होएगा ਉਹਦਾ फायदा है ना ਇਹ ਨਹੀਂ ਅਸੀਂ ਮੈਂ ਬਸ ਪੁਆਇੰਟ ਇੱਕ ਬਣਾ ਲਵਾਂ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਦੂਜੀ ਸ਼ੈਵਾਂ ਨੂੰ ਨਫ਼ਰਤ ਕਰਨਾ ਹੈ ਨਾ ਜਦੋਂ ਯਿਸੂ ਕਹਿਣ ਡਿਆ ਸੀ ਕਿ ਮੇਰੇ ਪਿੱਛੇ ਅਗਰ ਤੁਸੀਂ ਆਣਾ ਚਾਹੁੰਦੇ ਹੋ ਤੇ ਪਰਿਵਾਰ ਨਾਲ ਨਫ਼ਰਤ ਕਰਨਾ ਹੋਏਗਾ ਸਾਨੂੰ ਪਤਾ ਹੈ ਕਿਉਂਕਿ ਪੂਰੀ ਬਾਈਬਲ ਪੜ੍ਹ ਕੇ ਤੇ ਯਿਸੂ ਜਿੱਥੇ ਹੋਰ ਗੱਲਾਂ ਕਰਦਾ ਹੈ ਸਾਨੂੰ ਪਤਾ ਯਿਸੂ ਇਹ ਨਹੀਂ ਕਹਿਣ ਡਿਆ ਕਿ ਆਪਣੀ ਮਾਂ-ਬਾਪ ਦੀ ਇੱਜ਼ਤ ਨਹੀਂ ਕਰਨੀ ਤੇ ਹਨਾ ਨਫ਼ਰਤ ਕਰਨੀ ਹੈ ਤੇ ਦੁਸ਼ਮਣੀ ਕਰਨੀ ਹੈ ਲੇਕਿਨ ਯਿਸੂ ਕਹਿੰਦੇ ਕਿ ਤੁਹਾਡਾ ਪਿਆਰ ਮੇਰੇ ਲਈ ਜੋ ਹੈ ਤੇ ਬਾਕੀ ਸ਼ੈਵਾਂ ਦਾ ਜੋ ਪਿਆਰ ਹੈ ਬਹੁਤ ਫਰਕ ਹੋਣਾ ਚਾਹੀਦਾ ਹੈ ਤੇ ਇੰਜ ਹੀ ਇਹ ਨਹੀਂ ਕਹਿੰਦੇ ਕਿ ਆਪਣੀ ਨੌਕਰੀ ਨਾਲ ਨਫ਼ਰਤ ਕਰਨੀ ਹੈ ਆਪਣੀ ਗੱਡੀ ਨਾਲ ਨਹੀਂ ਲੇਕਿਨ ਜੋ ਤੁਹਾਡਾ ਪਿਆਰ ਹੈ ਖੁਦਾ ਲਈ ਤੇ ਤੁਹਾਡਾ ਪਿਆਰ ਤੇ ਜਿੰਨਾ ਕੀਮਤੀ ਤੁਸੀਂ ਬਾਕੀ ਸ਼ੈਵਾਂ ਨੂੰ ਜਾਣਦੇ ਹੋ ਬਹੁਤ ਫਰਕ ਹੋਣਾ ਚਾਹੀਦਾ ਨਾ ਬਾਈਬਲ ਸਟੱਡੀ 'ਚ ਮੈਂ ਇੱਕ ਮਿਸਾਲ ਦਿੱਤੀ ਸੀ ਅਖੀਰ ਅਸੀਂ ਪਹਿਲਾਂ ਇਹ ਸ਼ੈਵਾਂ ਵੇਖਣੇ ਤੇ ਫਿਰ ਮੈਂ ਮਿਸਾਲ ਦਵਾਂਗਾ ਅਸੀਂ ਵੇਖਨੇ ਕਿ ਕਿੰਜੇ ਸਾਨੂੰ ਪਤਾ ਚਲੇ ਅਗਰ ਕੋਈ ਸ਼ੈ ਸਾਡੀ ਜ਼ਿੰਦਗੀ 'ਚ ਇੱਕ ਬੁੱਤ ਬਣਨ ਦੀ ਹੈ ਕਿੰਜੇ ਸਾਨੂੰ ਪਤਾ ਚਲੇ ਅਗਰ ਕੋਈ ਸ਼ੈ ਨੂੰ ਅਸੀਂ ਬਹੁਤ ਕੀਮਤੀ ਜਾਣਦੇ ਹੱਦ ਤੋਂ ਜ਼ਿਆਦਾ ਕੀਮਤੀ ਅਸੀਂ ਸਮਝਨੇ ਹਾਂ क्या खुदा के पहले हुक्म का रेफरेंस दे सकते हो? हाँ ये दसो तो मैं हाँ माँ बाप की वो यही है। हाँ जी ऐसा कुछ फर्स्ट कमांडमेंट हाँ सर कुछ भी है पढ़े सी शुरू से पढ़े सी इस्तेस्ना में देखिए ना जिसको यीशु मसीह ने दी जब उससे पूछा तो उससे वही रेफरेंस दिया कि खुदा को हर चीज से ज्यादा प्यार सारे दिन से अगर फिर उसके बाद ज्यादा है हाँ ऐसी कुछ इस्तेस्ना इस्तिशना कौन सा व्यवस्था था हाँ बस व्यवस्था सार जी ਅਸੀਂ ਇੱਕ ਆਇਤ ਵੇਖਨੇ ਆ ਜੋ ਸਾਨੂੰ ਹੈਲਪ ਕਰੇਗਾ ਸਮਝਣ 'ਚ ਕਿੱਥੇ ਆ बस चार चार ਚਾਰ ਅਧਿਆਇ व्यवस्था सार 4 अध्याय से देखिए छः 6 अध्याय देखिए अच्छा 6 की 4 आयत दीपक भाई अगर पढ़ो 6 की 4 और 5 आयत 6 ਦੀ 4 और 5 जी ਇਹ ਇਜ਼ਰਾਈਲ ਸੁਨੋ ਯਹੋਵਾ ਸਾਡਾ ਪਰਮੇਸ਼ਵਰ ਇੱਕੋ ਹੀ ਪਰਮੇਸ਼ਵਰ ਹੈ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਮਨ ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜੋਰ ਨਾਲ ਪਿਆਰ ਕਰੋ आमीन ਆਮੀਨ सारे सारे काम सारे सारा हाँ सही ਤੇ ਉਹ ਆਇਤ ਹਨਾ ਇੱਕ ਨਿਚੋੜ ਹੈ ਕਹਿੰਦੇ ਕਿ ਯਿਸੂ ਖੁਦਾ ਕਹਿੰਦੇ ਕਿ ਮੈਂ ਸਭ ਤੋਂ ਉੱਤੇ ਹਾਂ ਆਮੀਨ ਆਮੀਨ ਤੇ ਕੀ ਹੋਏਗਾ ਅਗਰ ਤੁਹਾਡੀ ਜ਼ਿੰਦਗੀ 'ਚ ਇੰਜ ਦੀ ਸ਼ੈ ਹੋਏ ਸ਼ੈਵਾਂ ਰਹਿਣ ਜਿਨ੍ਹਾਂ ਨੂੰ ਤੁਸੀਂ ਬਹੁਤ ਕੀਮਤੀ ਜਾਣਦੇ ਹੋ ਨਹੀਂ ਮਤਲਬ ਕਿ ਤੁਹਾਨੂੰ ਕਿੰਜੇ ਪਤਾ ਚਲੇਗਾ ਕਿ ਕੋਈ ਸ਼ੈ ਨੂੰ ਤੁਸੀਂ ਹੱਦ ਤੋਂ ਜ਼ਿਆਦਾ ਕੀਮਤੀ ਜਾਣਦੇ ਹੋ ਇੱਕ ਗੱਲ ਹੋ ਸਕਦੀ ਹੈ ਕਿ ਜਦੋਂ ਕੋਈ ਉਹਦੇ ਖਿਲਾਫ ਆਏ ਉਸ ਸ਼ੈ ਦੇ ਤੁਹਾਡੇ ਬੁੱਤ ਦੇ ਖਿਲਾਫ ਤੇ ਤੁਹਾਡੇ ਵਿੱਚ ਰਿਐਕਸ਼ਨ ਇੱਕ ਹੁੰਦਾ ਸ਼ੈਤਾਨ ਨੂੰ ਬਹੁਤ ਗੁੱਸਾ ਆ ਜਾਏ ਅਸੀਂ ਅਗਰ ਵੇਖੀਏ ਉਤਪਤ ਉਹਦਾ 21 ਅਧਿਆਇ ਉਹਦੇ 'ਚ ਅਸੀਂ ਵੇਖਨੇ ਆ ਕੁਝ ਉਤਪਤ ਉਹਦਾ 21 ਅਧਿਆਇ ਉਹਦੀ 8 ਤੋਂ 10 ਆਇਤ ਤਾਂ ਯਹੋਵਾ ਨੇ ਉਹਨਾਂ ਨੂੰ ਉੱਥੇ ਸਾਰੀ ਧਰਤੀ ਉੱਤੇ ਨਹੀਂ ਉਤਪਤ 21 ਉਤਪਤ 21 ਅਧਿਆਇ 21 ਦਾ ਹੈ ਉਹਦੀ 8 ਤੋਂ 10 ਆਇਤ 21 ਦਾ ਉਹਦੀ 8 ਤੋਂ 10 ਹੈ ਉਹ ਮੁੰਡਾ ਵਧਦਾ ਗਿਆ ਔਰ ਉਹ ਦਾ ਦੁੱਧ ਛੁਡਾਇਆ ਗਿਆ ਔਰ ਇਬਰਾਹਿਮ ਨੇ ਇਸਾਕ ਦੇ ਦੁੱਧ ਛੁਡਾਉਣ ਦੇ ਦਿਨ ਵੱਡਾ ਖਾਣਾ ਕੀਤਾ ਸਰਾਹ ਨੇ ਹਜ਼ਾਰਾਂ
ਮਿਸਰ ਦੇ ਪੁੱਤ ਨੂੰ ਜਿਹਨੂੰ ਉਹ ਅਬਰਾਮ ਦੇ ਲਈ ਜਣੀ ਸੀ ਹਿਰ ਕਰਦੇ ਹੋਏ ਡਿਠਾ। ਇਸ ਲਈ ਉਹਨੇ ਅਬਰਾਮ ਨੂੰ ਆਖਿਆ, ਭਾਈ ਇਸ ਗੋਲੀ ਔਰ ਇਹਦੇ ਪੁੱਤਰ ਨੂੰ ਕੱਢ ਛੱਡ, ਕਿਉਂਕਿ ਜੋ ਇਸ ਗੋਲੀ ਦਾ ਪੁੱਤਰ ਮੇਰੇ ਪੁੱਤਰ ਇਸਾਕ ਦੇ ਨਾਲ ਵਾਰਸ ਨਹੀਂ ਹੋਵੇਗਾ। ਆਮੀਨ। ਆਮੀਨ। ਨਾ ਇਸ ਸੈਰਾ ਨੇ ਵੇਖਿਆ ਕਿ ਜੋ ਇਸ਼ਮਾਇਲ ਸੀ ਉਹ 13 ਸਾਲ ਦਾ ਸੀ ਇਸ ਵੇਲੇ, ਉਹ ਉਹਦੇ ਛੋਟੇ ਮੁੰਡੇ ਨੂੰ ਤੰਗ ਕਰਨ ਡਿਆ ਸੀ ਤੇ ਉਹਨੂੰ ਗੁੱਸਾ ਆ ਗਿਆ ਤੇ ਉਹਨੇ ਆਖਿਆ ਇਹਨਾਂ ਨੂੰ ਕੱਢ ਦੋ, ਕਰ ਦੋ ਨਾ। ਮੈਂ ਇਹ ਨਹੀਂ ਕਹਿਣ ਡਿਆ ਕਿ ਗਲਤ ਕੀਤਾ ਸੈਰਾ ਨੇ, ਲੇਕਿਨ ਅਸੀਂ ਵੇਖਦੇ ਜੇ ਤੁਸੀਂ ਬਹੁਤ ਕੀਮਤੀ ਸ਼ੈ ਜਾਣਦੇ ਹੋ, ਅਗਰ ਕੋਈ ਉਹਦੇ ਖਿਲਾਫ ਆਏ ਤੇ ਤੁਹਾਨੂੰ ਗੁੱਸਾ ਆਏਗਾ, ਹਨਾ, ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ। ਤੋ ਜਦੋਂ ਕੋਈ ਕਹੇ ਕਿ ਹਨਾ, ਅਗਰ ਕੋਈ ਸ਼ਾਇਦ ਤੁਹਾਨੂੰ ਕਹੇ ਕਿ ਤੁਸੀਂ ਕੋਈ ਬਹੁਤ ਸਮਝੋ ਕਿ ਮੈਨੂੰ ਕੋਈ ਕਹੇ ਕਿ ਤੁਹਾਡੇ ਵਾਲ ਹਨਾ ਬਹੁਤ ਅੱਛੇ ਨਹੀਂ ਲੱਗਦੇ, ਜੋ ਮੇਰਾ ਰਿਐਕਸ਼ਨ ਹੋਏਗਾ, ਜਿਵੇਂ ਮੈਂ ਵਾਪਸ ਜਵਾਬ ਦੇਵਾਂਗਾ, ਉਹ ਵਿਖਾਏਗਾ ਕਿ ਮੈਂ ਕਿੰਨਾ ਕੀਮਤੀ ਜਾਣਨਾ ਆਪਣੇ ਹੈਅਰ ਸਟਾਈਲ ਨੂੰ। ਅਗਰ ਮੈਨੂੰ ਗੁੱਸਾ ਆ ਜਾਏ ਕਿ ਤੇਰੀ ਹਿੰਮਤ ਕੈਸੇ ਹੋਏ ਮੇਰੇ ਵਾਲਾਂ ਦੀ ਹਨਾ ਇੰਝ ਕਹਿਣ ਲਈ, ਹਨਾ, ਤਾਂ ਇਹ ਵਿਖਾਉਂਦਾ ਕਿ ਮੈਂ ਬਹੁਤ ਕੀਮਤੀ ਜਾਣਨਾ ਆਪਣੇ ਹੈਅਰ ਸਟਾਈਲ ਨੂੰ ਤੇ ਆਪਣੀ ਜਿਵੇਂ ਮੈਂ ਲੱਖਣਾ ਹਨਾ ਮੇਰੇ ਰੂਪ ਨੂੰ ਮੈਂ ਬਹੁਤ ਕੀਮਤੀ ਜਾਣਨਾ। ਲੇਕਿਨ ਅਗਰ ਮੈਂ ਕਹਾਂ ਕਿ ਚਲੋ ਠੀਕ ਹੈ, ਮੈਨੂੰ ਕੀ ਪਰਵਾਹ ਤੁਸੀਂ ਕੀ ਕਹਿੰਦੇ ਹੋ, ਉਹਨਾਂ ਤਾਂ ਫਿਰ ਵਿਖਾਉਂਦਾ ਕਿ ਮੈਂ ਇੰਨਾ ਕੀਮਤੀ ਨਹੀਂ ਜਾਣਦਾ। ਇੱਕ ਦੂਜਾ ਨਿਸ਼ਾਨ ਮੈਂ ਇਹ ਵੀ ਕਹਿ ਦੇਵਾਂ ਕਿ ਜੋ ਫਰੀਸੀ ਸੀ, ਜਦੋਂ ਉਹ ਹਨਾ ਯਸੂ ਉਹਨਾਂ ਦੇ ਖਿਲਾਫ ਕਹਿੰਦਾ ਸੀ ਤੇ ਲਿਖਿਆ ਕਿ ਲੋਕਾਂ ਦੀ ਨਜ਼ਰ, ਲੋਕਾਂ ਦੇ ਸਾਹਮਣੇ ਸਰੇਆਮ ਕਹਿੰਦਾ ਸੀ ਫਰੀਸੀਆਂ ਨੂੰ ਕਿ ਤੁਸੀਂ ਹਨਾ ਇਹ ਹੋ ਤੇ ਉਹ ਹੋ। ਤੇ ਜਦੋਂ ਉਹ ਕਹਿੰਦਾ ਸੀ ਤੇ ਉਹਨਾਂ ਵਿੱਚ ਬਹੁਤ ਗੁੱਸਾ ਆ ਜਾਂਦਾ ਸੀ, ਇੰਨਾ ਗੁੱਸਾ ਕਿ ਯਸੂ ਨੂੰ ਮਾਰ ਦਿੱਤਾ। ਤੇ ਕੀ ਵਿਖਾਉਂਦਾ ਹੈ? ਇਹ ਵਿਖਾਉਂਦਾ ਹੈ ਕਿ ਲੋਕਾਂ ਦੀ ਜੋ ਇੱਜ਼ਤ ਮਿਲਦੀ ਸੀ ਉਹ ਉਹਨਾਂ ਲਈ ਇੱਕ ਬੁੱਤ ਸੀ, ਤੇ ਯਸੂ ਨੇ ਇੰਜੇ ਇਹਦੇ ਨਾਲ ਸ਼ੈਵਾਂ ਆਖੀਆਂ ਵੀ ਸਨ ਕਿ ਤੁਸੀਂ ਇੰਨਾ ਪ੍ਰੇਮ ਕਰਦੇ ਹੋ, ਲੋਕਾਂ ਦੀ ਇੱਜ਼ਤ ਦਾ ਇੰਨਾ ਤੁਸੀਂ ਕੀਮਤੀ ਜਾਣਦੇ ਹੋ, ਹਨਾ। ਉਹਨਾਂ ਲਈ ਇੱਕ ਬੁੱਤ ਬਣਾ ਸੀ। ਸਹੀ। ਇੱਕ ਦੂਜੀ ਤੋਂ ਇਹ ਹੈ ਪਹਿਲੀ ਗੱਲ ਜੋ ਸ਼ਾਇਦ ਵਿਖਾਏ ਕਿ ਤੁਹਾਡੀ ਜ਼ਿੰਦਗੀ 'ਚ ਕੋਈ ਸ਼ੈ ਇੱਕ ਬੁੱਤ ਬਣ ਸਕਦਾ ਹੈ, ਜਾਂ ਸ਼ਾਇਦ ਪਹਿਲੇ ਤੋਂ ਬੁੱਤ ਹੈ। ਇੱਕ ਦੂਜੀ ਜੋ ਸ਼ੈ ਹੈ ਉਹ ਹੈ ਕਿ ਅਸੀਂ ਵੇਖਦੇ ਹਾਂ ਉਤਪਤ 'ਚ ਹੀ ਹੈ, ਉਹਦਾ 30 ਅਧਿਆਇ ਚੈਪਟਰ 30 ਤੇ ਉਹਦੀ ਪਹਿਲੀ ਆਇਤ ਅਸੀਂ ਵੇਖੀਏ। ਲਾਡੀ ਭਾਈ ਤੁਸੀਂ ਪੜੋ 30 ਅਧਿਆਇ ਦੀ ਪਹਿਲੀ ਆਇਤ। ਓਕੇ। ਜਦ ਰਖੇਲ ਨੇ ਡਿਠਾ ਤਾਂ ਯਕੂਬ ਤੋਂ ਮੈਂ ਨਹੀਂ ਜਾਣਦੀ, ਤਾਂ ਰਖੇਲ ਆਪਣੀ ਭੈਣ ਨਾਲ ਖੁਣਸ ਕਰਨ ਲੱਗਾ ਪਈ, ਔਰ ਯਕੂਬ ਨੇ ਆਖਿਆ, ਮੈਨੂੰ ਪੁੱਤਰ ਦੇ, ਨਹੀਂ ਤਾਂ ਮੈਂ ਮਰ ਜਾਵਾਂਗੀ। ਆਮੀਨ। ਠੀਕ ਨਹੀਂ ਪੜਿਆ ਭਾਈ, ਵਾਪਸ ਪੜਿਓ। ਜਦ ਰਾਖੇਲ ਨੇ ਡਿਠਾ ਕਿ ਯਕੂਬ ਤੋਂ ਮੈਂ ਨਹੀਂ ਜਾਣਦੀ, ਤਾਂ ਰਾਖੇਲ ਆਪਣੀ ਭੈਣ ਨਾਲ ਖੁਣਸ ਕਰਨ ਲੱਗ ਪਈ, ਔਰ ਯਕੂਬ ਨੂੰ ਆਖਿਆ, ਮੈਨੂੰ ਪੁੱਤਰ ਦੇ, ਨਹੀਂ ਤਾਂ ਮੈਂ ਮਰ ਜਾਵਾਂਗੀ। ਓਕੇ। ਆਮੀਨ। ਸਹੀ। ਆਂਟੀ ਗੁਰਿੰਦਰ ਤੁਸੀਂ ਅਗਰ ਪੜੋ ਉਹੀ ਆਇਤ। ਜਦ ਰਖੇਲ ਨੇ ਡਿਠਾ ਕਿ ਯਕੂਬ ਤੋਂ ਮੈਂ ਨਹੀਂ ਜਾਣਦੀ, ਤਾਂ ਰਖੇਲ ਆਪਣੀ ਭੈਣ ਨਾਲ ਖੁਣਸ ਕਰਨ ਲੱਗ ਪਈ, ਔਰ ਯਕੂਬ ਨੂੰ ਆਖਿਆ, ਮੈਨੂੰ ਪੁੱਤਰ ਦੇ, ਨਹੀਂ ਤਾਂ ਮੈਂ ਮਰ ਜਾਵਾਂਗੀ। ਹਾਂ, ਆਮੀਨ। ਹਨਾ, ਯਾਕੂਬ ਇਹ ਸੀ ਇਬਰਾਹਿਮ ਦਾ ਪੋਤਾ, ਉਹਦੇ ਕੋਲ 2 ਬੀਵੀਆਂ ਸਨ, ਰਾਖੇਲ ਤੇ ਉਹਦੀ ਭੈਣ ਲਿਆ, ਤੇ ਲਿਆ ਦੇ ਹਾਲੇ ਤੱਕ 4 ਬੱਚੇ ਹੋ ਗਏ ਸਨ, ਲੇਕਿਨ ਰਾਖੇਲ ਦਾ ਇੱਕ ਵੀ ਨਹੀਂ ਹੋਇਆ ਸੀ। ਤੇ ਉਹਦੀ ਭੈਣ ਦੇ ਬੱਚੇ ਹੋਣਦੇ ਨੇ, ਹਨਾ। ਉਹਨੂੰ ਕੀ ਹੋਣਾ ਚਾਹੀਦਾ ਸੀ? ਉਹਨੂੰ ਖੁਸ਼ ਹੋਣਾ ਚਾਹੀਦਾ ਸੀ। ਇਹ ਵੇਖੋ, ਹਨਾ,
ਖੁਦਾ ਨੇ ਮੇਰੀ ਭੈਣ ਨੂੰ ਬਰਕਤ ਦਿੱਤੇ ਨੇ, ਹੈ ਨਾ। ਇਹ ਮੇਰੇ ਭਤੀਜੇ ਨੇ, ਹੈ ਨਾ, ਤੇ ਭਤੀਜੇ ਹਾਂਜੀ ਭਾਂਜੇ ਭਾਂਜੇ ਭਾਂਜੇ, ਹਾਂ, ਹੈ ਨਾ। ਇਹ ਵੇਖੋ ਮੇਰੇ ਭਾਂਜੇ ਪੈਦਾ ਹੋਏ ਨੇ। ਨਹੀਂ, ਲੇਕਿਨ ਖੁਸ਼ ਨਹੀਂ ਸੀ ਉਹ। ਕੀ ਸੀ ਉਹ? ਜੈਲਸ ਸੀ। ਜੈਲਸ ਕਰਦਾ। ਜਿਸ ਸ਼ੈ ਨੂੰ ਤੁਸੀਂ ਬਹੁਤ ਕੀਮਤੀ ਜਾਣਦੇ ਹੋ, ਜਦੋਂ ਤੁਹਾਡੇ ਕੋਲ ਨਾ ਹੋਏ ਤੇ ਦੂਜਿਆਂ ਕੋਲ ਹੋਏ, ਤੁਸੀਂ ਬਹੁਤ ਜੈਲਸ ਹੋਵੋਗੇ, ਇਹਦੇ ਬਜਾਏ ਕਿ ਖੁਸ਼। ਜਦੋਂ ਮੈਂ ਜਾਂਦਾ ਸੀ ਜਿਮ, ਹੈ ਨਾ, ਤੇ ਮੈਂ ਬਹੁਤ ਕੀਮਤੀ ਜਾਣਦਾ ਸੀ ਆਪਣੀ ਬੋਡੀ ਨੂੰ। ਤੇ ਜਦੋਂ ਕੋਈ ਮੇਰੇ ਤੋਂ ਜ਼ਿਆਦਾ ਵਜ਼ਨ ਚੁੱਕ ਸਕੇ ਜਾਂ ਮੇਰੇ ਤੋਂ ਹੋਰ ਵੱਡਾ ਹੋਏ, ਤੇ ਮੈਂ ਇਹ ਨਹੀਂ ਸੋਚਦਾ ਸੀ ਕਿ ਚਲੋ ਖੁਦਾ ਦਾ ਸ਼ੁਕਰ ਹੈ ਉਹ ਕਿੰਨਾ ਸਿਹਤਮੰਦ ਹੈ। ਨਹੀਂ, ਮੈਂ ਖੁਸ਼ ਨਹੀਂ ਹੁੰਦਾ ਸੀ, ਮੈਂ ਜੈਲਸ ਹੁੰਦਾ ਸੀ, ਹੈ ਨਾ। ਕਿ ਵੇਖੋ, ਕੋਈ ਸ਼ੈ ਹੈ ਮੇਰੀ ਜ਼ਿੰਦਗੀ 'ਚ ਕਿ ਜਦੋਂ ਮੈਂ ਦੂਜਿਆਂ ਨੂੰ ਵੇਖਣਾ ਕਿ ਉਹਨਾਂ ਕੋਲ ਹੈ, ਮੈਂ ਖੁਸ਼ ਨਹੀਂ ਹੁੰਦਾ ਉਹਨਾਂ ਲਈ, ਮੈਨੂੰ ਜੈਲਸੀ ਹੁੰਦੀ ਹੈ। ਅਗਰ ਇੰਝ ਕੋਈ ਸ਼ੈ ਹੈ ਤੇ ਉਹ ਸ਼ਾਇਦ ਉਸ ਸ਼ੈ ਨੂੰ ਤੁਸੀਂ ਬਹੁਤ ਹੱਦ ਤੋਂ ਜ਼ਿਆਦਾ ਕੀਮਤੀ ਜਾਣਦੇ ਹੋ। ਇੱਕ ਹੋਰ ਵੀ ਨਿਸ਼ਾਨ ਨੇ, ਹੈ ਨਾ, ਜੋ ਸ਼ਾਇਦ ਜਿਸ ਸ਼ੈ ਦੇ ਬਾਰੇ ਤੁਸੀਂ ਸੋਚਦੇ ਰਹਿੰਦੇ ਹੋ, ਉਹ ਤੁਹਾਡੇ ਮਨ 'ਚ ਚੱਲਦੀ ਰਹਿੰਦੀ ਹੈ ਨਾ। ਜਾਂ ਕੋਈ ਸ਼ੈ ਜਿਹਦੇ ਲਈ ਤੁਸੀਂ ਬਹੁਤ ਕੁਝ ਦੇ ਸਕਦੇ ਹੋ। ਅਸੀਂ ਵੇਖਦੇ ਹਾਂ ਕਿ ਯਾਕੂਬ, ਇਬਰਾਹਿਮ ਦਾ ਪੋਤਾ, ਜਦੋਂ ਉਹਨੇ ਸ਼ਾਦੀ ਕਰਨੀ ਸੀ ਰਾਖੇਲ ਨੇ ਨਾਲ, ਤੇ ਉਹ ਰਾਖੇਲ ਨਾਲ ਬਹੁਤ ਪਿਆਰ ਕਰਦਾ ਸੀ, ਹੈ ਨਾ, ਉਹਨੂੰ ਬਹੁਤ ਕੀਮਤੀ ਜਾਣਦਾ ਸੀ। ਤੇ ਲਿਖਿਆ ਕਿ ਉਹਨੇ ਉਹਦੇ ਲਈ 7 ਸਾਲ ਕੰਮ ਕੀਤਾ, ਹੈ ਨਾ। ਲੇਕਿਨ ਲਿਖਿਆ ਕਿ ਉਹਨੇ 7 ਸਾਲ, ਹੈ ਨਾ, ਬਹੁਤ ਮੁਸ਼ਕਿਲ ਮਿਹਨਤ ਕੀਤੀ, ਲੇਕਿਨ ਲਿਖਿਆ ਕਿ ਉਹਦੇ ਲਈ ਬਸ ਥੋੜੇ ਜਿਹੇ ਸਾਲ ਲੱਗੇ ਸਨ। ਉਹਨੂੰ ਇੰਝ ਮਹਿਸੂਸ ਹੋਇਆ ਕਿ ਬਹੁਤ ਘੱਟ ਵੇਲਾ ਸੀ। ਕਿਉਂ? ਕਿਉਂਕਿ ਉਹ ਸਾਰੀ ਮਿਹਨਤ ਕਰਨ ਡਿਆ ਸੀ ਜਿਹਨੂੰ ਇੱਕ ਬਹੁਤ ਕੀਮਤੀ ਸ਼ੈ ਪਾਉਣ ਲਈ। ਤੇ ਇਹ ਅਲੱਗ-ਅਲੱਗ ਸ਼ੈਵਾਂ ਨੇ ਜੋ ਸਾਨੂੰ ਵਿਖਾਉਂਦੀਆਂ ਨੇ ਕਿ ਸ਼ਾਇਦ ਇੱਕ ਸ਼ੈ ਬੁੱਤ ਬਣਨ ਦੀ ਹੈ। ਲੇਕਿਨ ਇਹ ਜੋ ਮੈਂ ਸ਼ੈਵਾਂ ਕਹੀਆਂ ਨੇ, ਹੈ ਨਾ, ਅਗਰ ਕੋਈ ਇਹਦੇ ਖਿਲਾਫ ਆਏ, ਤੁਹਾਡੇ ਬੁੱਤ ਦੇ ਖਿਲਾਫ, ਤੇ ਤੁਹਾਨੂੰ ਚੋਟ ਲੱਗਦੀ ਹੈ ਨਾ, ਗੁੱਸਾ ਆਉਂਦਾ, ਤੁਸੀਂ ਜੈਲਸ ਹੁੰਦੇ ਹੋ ਜਦੋਂ ਦੂਜਿਆਂ ਕੋਲ ਕੋਈ ਸ਼ੈ ਹੋ ਜੋ ਤੁਹਾਡੇ ਕੋਲ ਨਹੀਂ ਹੈ, ਉਹਦੇ ਤੇ ਤੁਸੀਂ ਬਹੁਤ ਗੌਰ ਕਰਦੇ ਹੋ, ਧਿਆਨ ਕਰਦੇ ਹੋ, ਤੇ ਹੈ ਨਾ, ਤੁਸੀਂ ਉਸ ਸ਼ੈ ਨੂੰ ਹਾਸਲ ਕਰਨ ਲਈ ਬਹੁਤ ਕੁਝ ਦੇ ਸਕਦੇ ਹੋ। ਇਹ ਸ਼ੈਵਾਂ ਸਾਈਨ ਨੇ ਕਿ ਸ਼ਾਇਦ ਕੋਈ ਸ਼ੈ ਬੁੱਤ ਬਣਨ ਦੀ ਹੈ, ਲੇਕਿਨ ਗਾਰੰਟੀ ਨਹੀਂ ਹੈ ਨਾ। ਖੁਦਾ ਚਾਹੁੰਦਾ ਕਿ ਅਸੀਂ ਪਿਆਰ ਕਰੀਏ ਤੇ ਕੀਮਤੀ ਜਾਣੇ ਆਪਣੇ ਪਰਿਵਾਰ ਨੂੰ, ਆਪਣੀ ਨੌਕਰੀ ਨੂੰ, ਹੈ ਨਾ, ਸਾਰੇ ਸ਼ੈਵਾਂ ਨੂੰ। ਤੇ ਹੈ ਨਾ, ਮੈਂ ਆਪਣੇ ਪਰਿਵਾਰ ਨੂੰ ਕੀਮਤੀ ਜਾਣਨਾ। ਅਗਰ ਕੋਈ ਮੇਰੇ ਪਰਿਵਾਰ ਦੇ ਖਿਲਾਫ ਆਏ ਤੇ ਮੈਨੂੰ ਗੁੱਸਾ ਆਏਗਾ, ਹੈ ਨਾ। ਤੇ ਇਹ ਜੋ ਮੈਂ ਆਖੇ ਨੇ ਸ਼ੈਵਾਂ, ਇਹ ਨਹੀਂ ਕਹਿੰਦਾ ਕਿ ਜ਼ਰੂਰ ਉਹ ਸ਼ਾਇਦ ਤੁਹਾਡੀ ਜ਼ਿੰਦਗੀ 'ਚ ਇੱਕ ਬੁੱਤ ਹੈ। ਆਮੀਨ। ਲੇਕਿਨ ਇੱਕ ਨਿਸ਼ਾਨ ਹੈ, ਇੱਕ ਸਾਈਨ ਜੋ ਵਿਖਾਉਂਦਾ ਕਿ ਕੋਈ ਸ਼ੈ 100% ਜ਼ਰੂਰ ਇੱਕ ਬੁੱਤ ਹੈ ਤੁਹਾਡੀ ਜ਼ਿੰਦਗੀ 'ਚ। ਤੇ ਉਹ ਕੀ ਹੈ? ਅਗਰ ਤੁਸੀਂ ਖੁਦਾ ਦੇ ਲਈ ਉਸ ਸ਼ੈ ਨੂੰ ਨਹੀਂ ਛੱਡ ਸਕਦੇ, ਅਗਰ ਤੁਸੀਂ ਖੁਦਾ ਦੀ ਖਾਤਰ ਉਸ ਸ਼ੈ ਨੂੰ ਨਹੀਂ ਛੱਡ ਸਕਦੇ, ਉਹ 100% ਜ਼ਰੂਰ ਡੈਫੀਨੇਟਲੀ ਇੱਕ ਬੁੱਤ ਹੈ। ਅਸੀਂ ਇੱਕ ਆਇਤ ਵੇਖਦੇ ਹਾਂ ਜਿੱਥੇ ਯਿਸੂ ਦੀ ਖਾਤਰ ਇੱਕ ਇਨਸਾਨ ਸੀ, ਉਹ ਆਪਣੇ ਬੁੱਤ ਨੂੰ ਨਹੀਂ ਛੱਡ ਸਕਿਆ। ਉਹ ਹੈ ਮੱਤੀ 'ਚ, ਮੱਤੀ ਉਹਦੇ 19 'ਚ। ਤੇ ਆਂਟੀ ਕੁਲਵਿੰਦਰ, ਤੁਸੀਂ ਅਗਰ ਪੜ੍ਹੋ ਮੱਤੀ ਉਹਦਾ 19 ਅਧਿਆਇ, ਉਹਦੀ 16 ਤੋਂ 24 ਆਇਤ। ਤਾਂ ਵੇਖੋ, ਇੱਕ ਜਣੇ ਨੇ ਉਹਦੇ ਕੋਲ ਆਣ ਕੇ ਕਿਹਾ, ਗੁਰੂ ਜੀ, ਮੈਂ ਕਿਹੜਾ ਭਲਾ ਕੰਮ ਕਰਾਂ ਜੋ ਤੈਨੂੰ ਸਦੀਵਕ ਜੀਵਨ ਮਿਲੇ। ਜੋ ਮੈਨੂੰ ਸਦੀਵਕ ਜੀਵਨ ਮਿਲੇ। ਉਸਨੇ ਉਹਨੂੰ ਆਖਿਆ, ਤੂੰ ਭਲਾਈ ਦੇ ਵਿਖੇ ਮੈਨੂੰ ਕਿਉਂ ਪੁੱਛਦਾ ਹੈ? ਭਲਾ ਤਾਂ ਇੱਕੋ ਹੀ ਹੈ, ਪਰ ਜੇ ਤੂੰ ਜੀਵਨ ਵਿੱਚ ਬਣਨਾ ਚਾਹੁੰਦਾ ਹੈ ਤਾਂ ਹੁਕਮਾਂ ਨੂੰ ਮੰਨ। ਉਸਨੇ ਉਹਨੂੰ ਆਖਿਆ
ਕਿਹੜੇ ਹੁਕਮ? ਤਦ ਯਿਸੂ ਨੇ ਕਿਹਾ, ਇਹ ਜੋ ਖੂਨ ਨਾ ਕਰ, ਜਨਾਹ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੀ ਮਾਂ ਪਿਓ ਦਾ ਆਦਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਉਸ ਜਵਾਨ ਨੇ ਉਸ ਨੂੰ ਆਖਿਆ, ਮੈਂ ਤਾਂ ਇਹਨਾਂ ਸਭਨਾਂ ਨੂੰ ਮੰਨਿਆ ਹੈ, ਹੁਣ ਮੇਰੇ ਵਿੱਚ ਕੀ ਘਾਟਾ ਹੈ? ਯਿਸੂ ਨੇ ਉਹਨੂੰ ਕਿਹਾ, ਜੇ ਤੂੰ ਪੂਰਾ ਬਣਨਾ ਚਾਹੁੰਦਾ ਹੈ ਤਾਂ ਜਾ ਕੇ ਆਪਣਾ ਮਾਲ ਵੇਚ ਅਤੇ ਕੰਗਾਲਾਂ ਨੂੰ ਦੇ, ਤਾਂ ਤੈਨੂੰ ਸਵਰਗ ਦਾ ਖਜ਼ਾਨਾ ਮਿਲੇਗਾ ਅਤੇ ਆ ਮੇਰੇ ਮਗਰ ਹੋ ਤੁਰ। ਪਰ ਉਸ ਜਵਾਨ ਨੇ ਜਾ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਚਲਿਆ ਗਿਆ, ਕਿਉਂ ਜੋ ਉਹ ਵੱਡਾ ਮਾਲਦਾਰ ਸੀ। ਆਮੇਨ। ਆਮੇਨ। ਇਹ ਕੀ ਵਿਖਾਉਂਦਾ ਹੈ? ਇਹ ਜਵਾਨ ਦੀ ਜ਼ਿੰਦਗੀ 'ਚ ਮਾਲ, ਧਨ, ਉਹ ਇੱਕ ਬੁੱਤ ਸੀ। ਆਮੇਨ। ਆਮੇਨ। ਤੇ ਅਗਰ ਤੁਹਾਡੀ ਜ਼ਿੰਦਗੀ 'ਚ ਕੋਈ ਕभी ਮੌਕਾ ਹੋਏ ਜਾਂ ਇੰਜ ਦਾ ਕੋਈ ਹਾਲਾਤ ਹੋਏ ਕਿ ਖੁਦਾ ਦੀ ਖਾਤਰ ਤੁਹਾਨੂੰ ਕੁਝ ਛੱਡਣਾ ਹੋਏ ਜਾਂ ਖੁਦਾ ਤੁਹਾਨੂੰ ਕਹੇ ਇਸ ਸ਼ੈ ਨੂੰ ਛੱਡ, ਅਗਰ ਤੁਸੀਂ ਨਹੀਂ ਛੱਡ ਸਕਦੇ ਜਾਂ ਬਹੁਤ ਮੁਸ਼ਕਿਲ ਹੈ ਤਾਂ ਤੁਹਾਡੇ ਲਈ ਛੱਡਣਾ ਉਹ ਇੱਕ ਬੁੱਤ ਹੈ ਤੁਹਾਡੀ ਜ਼ਿੰਦਗੀ 'ਚ। ਨਹੀਂ ਤਾਂ ਜੋ ਨੁਕਸਾਨ ਹੁੰਦੇ ਨੇ, ਜਿਵੇਂ ਮੈਂ ਆਖਿਆ ਦੋ ਮੈਂ ਸ਼ੈਵਾਂ ਆਖੀਆਂ ਸਨ ਕਿ ਖੁਦਾ ਦੀ ਸ਼ੈਵਾਂ ਲਈ ਤੁਹਾਡਾ ਇੰਟਰਸਟ ਘੱਟ ਹੋ ਜਾਏਗਾ ਤੇ ਉਹਦੇ ਇਲਾਵਾ ਜੋ ਜਿਵੇਂ ਕੰਡਿਆਲੀ ਜ਼ਮੀਨ ਸੀ ਜਿੱਥੇ ਬੀਜ ਗਿਆ ਕਲਾਮ ਦਾ ਲੇਕਿਨ ਫਲ ਨਹੀਂ ਲਾਇਆ ਕਿਉਂਕਿ ਉੱਥੇ ਦੂਜੀ ਸ਼ੈਵਾਂ ਨੂੰ ਕੀਮਤੀ ਜਾਣਨ ਦੇ ਸੀ। ਇੰਝ ਹੀ ਤੁਹਾਡੀ ਜ਼ਿੰਦਗੀ 'ਚ ਅਗਰ ਤੁਸੀਂ ਰੱਖੋ ਬੁੱਤ ਤੇ ਕਲਾਮ ਜਿੰਨਾ ਫਾਇਦਾ ਪਹੁੰਚਾ ਸਕਦਾ ਹੈ ਨਹੀਂ ਪਹੁੰਚਾਏਗਾ। ਮੈਨੂੰ ਯਾਦ ਹੈ ਮੇਰੇ ਕੋਲ ਸੀ ਇੱਕ ਸਿੱਕਾ, ਉਹ ਬਹੁਤ ਕੀਮਤੀ ਸਿੱਕਾ ਸੀ ਤੇ ਮੈਂ ਖੁਦਾ ਮੈਨੂੰ ਬਹੁਤ ਅੱਛਾ ਸੀ, ਮੈਨੂੰ ਪਸੰਦ ਸੀ ਤੇ ਖੁਦਾ ਨੇ ਦਿਲ 'ਚ ਪਾਇਆ ਕਿ ਇਸ ਨੂੰ ਕਿਸੇ ਨੂੰ ਦੇ ਦੇ। ਅਗਰ ਤੁਸੀਂ ਨਹੀਂ ਜਾਣਦੇ ਮੈਨੂੰ ਸਿੱਕੇ ਪਸੰਦ ਨੇ ਬਚਪਨ ਤੋਂ। coins ਅੱਛਾ ਸਹੀ coins ਹੈ ਨਾ, coins ਕਲੈਕਟ ਕਰਨਾ ਤੇ ਬਚਪਨ ਤੋਂ ਮੇਰੇ ਕੋਲ ਢੇਰ ਸਾਰੇ ਨੇ ਤੇ ਮੇਰੇ ਕੋਲ ਇੱਕ ਬਹੁਤ ਅੱਛਾ ਕੀਮਤੀ ਵਾਲਾ ਸੀ ਤੇ ਖੁਦਾ ਨੇ ਦਿਲ 'ਚ ਪਾਇਆ ਕਿ ਨਹੀਂ ਇਹ ਇਸ ਬੰਦੇ ਨੂੰ ਦੇ ਦੇ। ਮੈਂ ਕਿਹਾ ਕਿਉਂ ਮੈਂ ਕਿਹਾ ਕਿ ਉਹ ਡਿਜ਼ਰਵ ਨਹੀਂ ਕਰਦਾ, ਮੈਂ ਕਿਉਂ ਦੇਵਾਂ ਉਹਨੂੰ ਇਤਨਾ ਕੀਮਤੀ ਸਿੱਕਾ coin। ਖੁਦਾ ਦਿਲ 'ਚ ਰਿਹਾ ਕਿ ਦੇ ਦੇ ਨਾ। ਤੇ ਮੈਂ ਆਖਿਆ ਮੈਨੂੰ ਥੋੜੇ ਦਿਨ ਲੱਗੇ, ਮੈਂ ਦੁਆ ਕਰਨ ਡਿਆ ਸੀ ਕਿ ਖੁਦਾ ਤੁਸੀਂ ਕਹਿਣ ਦਿਓ ਮੈਨੂੰ, ਕੋਈ ਮੇਰੇ ਆਪਣੇ ਤੇ ਨਹੀਂ ਸੋਚ, ਲੇਕਿਨ ਉਸ ਖਿਆਲ ਰਿਹਾ, ਉਹ ਦਿਲ 'ਚ ਰਹੀ ਗੱਲ, ਸ਼ਾਂਤੀ ਸੀ ਕਿ ਹਾਂ ਦੇ ਦੇ ਨਾ। ਆਸਾਨ ਨਹੀਂ ਸੀ, ਥੋੜਾ ਮੁਸ਼ਕਿਲ ਸੀ। ਮੈਂ ਆਖਿਆ ਕਿ ਨਹੀਂ ਖੁਦਾ तेरे पीछे चलना, तेरे हुक्म मान मनना सारे हर कोई कॉइन से ज्यादा कीमती है। तो फिर मैंने दे देता है ना। ते हाँ मैं खुद मैं की गल कर रहा सी हाँ कि जो कोई शै है ਤੁਹਾਡੀ ਜ਼ਿੰਦਗੀ 'ਚ ਤੁਸੀਂ ਬਹੁਤ ਕੀਮਤੀ ਜਾਣਦੇ ਹੋ, ਉਹ ਨੁਕਸਾਨ ਪਹੁੰਚਾਏਗੀ। ਤੁਸੀਂ ਜੋ ਖੁਦਾ ਨਾਲ ਤੁਹਾਡਾ ਰਿਸ਼ਤਾ ਹੈ ਉਹ ਅੱਗੇ ਨਹੀਂ ਵੱਧ ਸਕਦਾ। ਜੋ ਖੁਦਾ ਕੋਲ ਹੈ ਬਰਕਤਾਂ ਤੁਹਾਡੇ ਲਈ, ਜੋ ਖੁਦਾ ਤੁਹਾਨੂੰ ਸਿਖਾਉਣਾ ਚਾਹੁੰਦਾ ਹੈ ਸ਼ੈਵਾਂ, ਤੁਸੀਂ ਬਹੁਤ ਅੱਗੇ ਨਹੀਂ ਵੱਧ ਸਕੋਗੇ ਅਗਰ ਤੁਹਾਡੀ ਜ਼ਿੰਦਗੀ 'ਚ ਰਹਿਣਗੀਆਂ ਇੰਝ ਦੀ ਸ਼ੈਵਾਂ। ਮੈਨੂੰ ਯਾਦ ਹੈ 2 ਸਾਲ ਪਹਿਲਾਂ ਸ਼ਾਇਦ ਮੈਂ ਗਿਟਾਰ ਬਹੁਤ ਵਜਾਉਂਦਾ ਸੀ ਤੇ ਮੈਨੂੰ ਬਹੁਤ ਸ਼ੌਕ ਸੀ, ਹਾਲੇ ਵੀ ਸ਼ੌਕ ਹੈ ਨਾ। ਤੇ ਮੈਨੂੰ ਯਾਦ ਹੈ ਦਿਲ 'ਚ ਸਡਨਲੀ ਇਹ ਸ਼ੈ ਆਏ ਕਿ ਇੱਕ ਜਿਵੇਂ ਬੇਚੈਨੀ ਹੋ ਗਈ ਗਿਟਾਰ ਤੇ ਬਾਹਰ 'ਚ ਮੇਰੇ ਦਿਲ 'ਚ, ਤੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਕੀ ਹੈ। ਤੇ ਮੈਂ ਆਖਿਆ ਖੁਦਾ ਕਿ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਨਹੀਂ ਵਜਾਵਾਂ ਗਿਟਾਰ ਕਦੀ ਵਾਪਸ। ਮੈਂ ਆਖਿਆ ਕਿ ਖੁਦਾ ਅਗਰ ਤੁਹਾਡੀ ਮਰਜ਼ੀ ਹੈ ਤੇ ਮੈਂ ਵਾਪਸ ਕਦੀ ਨਹੀਂ ਵਜਾਵਾਂਗਾ। ਮੈਨੂੰ ਪਸੰਦ ਸੀ ਬਹੁਤ ਤੇ ਮੈਂ ਆਖਿਆ ਲੇਕਿਨ ਖੁਦਾ ਤੁਹਾਡੀ ਖਾਤਰ ਮੈਂ ਛੱਡ ਦੇਵਾਂਗਾ। ਕਿਉਂ?
ਕਿਉਂਕਿ ਤੁਸੀਂ ਹੋ ਮੇਰੀ ਜ਼ਿੰਦਗੀ 'ਚ ਸਭ ਤੋਂ ਕੀਮਤੀ। ਸਹੀ। ਤੇ ਮੈਂ ਅਗਰ ਸਾਡੀ ਜ਼ਿੰਦਗੀ 'ਚ ਕੋਈ ਹੈ ਸ਼ੈ ਇੰਝ ਜਿਹਨੂੰ ਅਸੀਂ ਬਹੁਤ ਕੀਮਤੀ ਜਾਣਦੇ ਹਾਂ, ਹੱਦ ਤੋਂ ਜ਼ਿਆਦਾ ਹੈ ਨਾ, ਸ਼ਾਇਦ ਇੱਕ ਬੁੱਤ ਬਣਨ ਡਿਆ ਸਾਡੀ ਜ਼ਿੰਦਗੀ 'ਚ, ਅਸੀਂ ਕੀ ਕਰ ਸਕਦੇ ਹਾਂ? ਮੈਂ ਦੱਸਣਾ ਕਿ ਮੈਂ ਦੱਸਿਆ ਕਿ ਮੈਂ ਆਪਣੇ ਫਰੈਂਡ ਨੂੰ ਕੀ ਦੱਸਿਆ ਸੀ ਕਿ ਮੈਂ ਕੀ ਕਰਨਾ। ਮੈਂ ਆਪਣੇ ਫਰੈਂਡ ਨੂੰ ਦੱਸਿਆ ਸੀ ਹੈ ਨਾ ਕਿ ਜੋ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਸ਼ੌਕ ਨਹੀਂ ਹੁੰਦਾ ਕਲਾਮ ਪੜ੍ਹਨ ਨੂੰ ਜਾਂ ਦੁਆ ਕਰਨ ਨੂੰ, ਮੈਂ ਆਖਿਆ ਕਿ ਇੰਨੇ ਸਾਲ ਹੋ ਗਏ ਨੇ ਮੈਂ ਇਹ ਇੰਝ ਮਹਿਸੂਸ ਨਹੀਂ ਕੀਤਾ। ਤੇ ਮੈਂ ਆਖਿਆ ਕਿਉਂ, ਮੈਂ ਕੀ ਕਰਨਾ? ਮੈਂ ਆਖਿਆ ਕਿ ਜੋ ਵੀ ਕੋਈ ਸ਼ੈ ਹੁੰਦੀ ਹੈ ਮੇਰੀ ਜ਼ਿੰਦਗੀ 'ਚ ਮੈਂ ਵੇਖਣਾ, ਮੈਂ ਰੈਗੂਲਰਲੀ ਵੇਖਣਾ, ਮੈਂ ਗੌਰ ਕਰਨਾ ਕੋਈ ਸ਼ੈ ਹੈ ਮੇਰੀ ਜ਼ਿੰਦਗੀ 'ਚ ਜੋ ਜਿਹਨੂੰ ਮੈਂ ਬਹੁਤ ਕੀਮਤੀ ਜਾਣਦਾ ਹਾਂ। ਕੋਈ ਵੀ ਜੋ ਸ਼ੈ ਹੁੰਦੀ ਹੈ ਉਹ ਮੈਂ ਖੁਦਾ ਦੇ ਸਾਹਮਣੇ ਰੱਖਣਾ ਤੇ ਮੈਂ ਕਹਿਣਾ ਹੈ ਖੁਦਾ ਇਸ ਸ਼ੈ ਨੂੰ ਮੈਂ ਬਹੁਤ ਕੀਮਤੀ ਜਾਣਨਾ। ਜਿਵੇਂ ਸ਼ਾਦੀ ਦੇ ਬਾਰੇ 'ਚ ਵੀ ਹੈ ਨਾ, ਉਹ ਇੱਕ ਬਹੁਤ ਹੈ ਨਾ, ਮੈਂ ਚਾਹੁੰਦਾ ਕਿ ਸ਼ਾਦੀ ਵੀ ਹੋਏ ਨਾ, ਤੇ ਉਹ ਇੱਕ ਕੀਮਤੀ ਸ਼ੈ ਹੈ ਮੇਰੇ ਦਿਲ 'ਚ। ਲੇਕਿਨ ਮੈਂ ਆਖਿਆ ਕਿ ਖੁਦਾ ਮੈਂ ਇੱਕ ਦਫਾ ਇੱਕ ਵਾਰੀ ਤੋਂ ਜ਼ਿਆਦਾ ਵੀ ਆਖਣਾ ਹੁੰਦਾ ਬਹੁਤ ਸਾਲਾਂ ਤੋਂ ਕਿ ਖੁਦਾ ਨੋ ਸਹੀ ਕਿ ਖੁਦਾ ਅਗਰ ਤੁਹਾਡੀ ਨਹੀਂ ਮਰਜ਼ੀ ਮੈਂ ਨਹੀਂ ਕਰਾਂਗਾ। ਕਿਉਂ? ਮੇਰਾ ਦਿਲ ਚਾਹੁੰਦਾ ਹੈ, ਲੇਕਿਨ ਤੁਹਾਡੇ ਹੁਕਮਾਂ ਨੂੰ ਪੂਰਾ ਕਰਨਾ, ਤੁਹਾਡੀ ਮਰਜ਼ੀ ਪੂਰਾ ਕਰਨਾ, ਉਹ ਹੈ ਮੇਰੀ ਸਭ ਤੋਂ ਵੱਡੀ ਖਾਹਿਸ਼। ਉਹਨੂੰ ਮੈਂ ਸਭ ਤੋਂ ਜ਼ਿਆਦਾ ਕੀਮਤੀ ਜਾਣਦਾ। ਜੋ ਵੀ ਤੁਸੀਂ ਵੇਖੋ ਕਿਸ ਸ਼ੈ ਨੂੰ ਤੁਸੀਂ ਬਹੁਤ ਕੀਮਤੀ ਜਾਣਦੇ ਹੋ, ਉਹ ਖੁਦਾ ਦੇ ਸਾਹਮਣੇ ਰੱਖੋ। ਕਹੋ ਕਿ ਖੁਦਾ ਅਗਰ ਤੁਸੀਂ ਮੈਨੂੰ ਕਹੋ ਇਸ ਸ਼ੈ ਨੂੰ ਛੱਡਣ ਲਈ ਨਾ, ਇਸ ਸ਼ੈ ਨੂੰ ਮੈਂ ਬਹੁਤ ਕੀਮਤੀ ਜਾਣਨਾ, ਲੇਕਿਨ ਅਗਰ ਤੁਸੀਂ ਕਹੋ ਮੈਂ ਛੱਡ ਦੇਵਾਂਗਾ, ਮੈਂ ਤੁਹਾਨੂੰ ਸਭ ਤੋਂ ਜ਼ਿਆਦਾ ਕੀਮਤੀ ਜਾਣਦਾ। ਤੇ ਮੀਟਿੰਗ ਦੇ ਬਾਅਦ ਜਦੋਂ ਤੁਸੀਂ ਅਗਲੀ ਵਾਰ ਬੈਠੋ ਦੁਆ ਕਰਨ ਲਈ, ਖੁਦਾ ਦੇ ਸਾਹਮਣੇ ਰੱਖੋ ਜੋ ਸ਼ੈਵਾਂ ਤੁਸੀਂ ਬਹੁਤ ਕੀਮਤੀ ਜਾਣਦੇ ਹੋ। ਤੇ ਇਹ ਸੋਚੋ ਜਿਵੇਂ ਖੁਦਾ ਏਬਰਾਹਮ ਨੂੰ ਕਹਿਣ ਡਿਆ ਸੀ ਕਿ ਮੈਨੂੰ ਇਸਹਾਕ ਦੇ। ਜੀ ਸਮਝੋ ਕਿ ਖੁਦਾ ਤੁਹਾਨੂੰ ਕਹਿਣ ਡਿਆ ਕਿ ਇਸ ਸ਼ੈ ਨੂੰ ਤੁਸੀਂ ਬਹੁਤ ਕੀਮਤੀ ਜਾਣਦੇ ਹੋ ਨਾ, ਮੈਨੂੰ ਦੇ ਦੇ। ਅਗਰ ਤੁਸੀਂ ਇਹਦੇ ਬਾਰੇ 'ਚ ਸੋਚਦੇ ਰਹਿੰਦੇ ਹੋ ਕਿ ਮੇਰਾ ਪੱਕਾ ਕਦੋਂ ਹੋਵਾਂਗਾ ਹੈ ਨਾ, ਇੰਝ ਸੋਚੋ ਕਿ ਖੁਦਾ ਨੂੰ ਕਹੋ ਕਿ ਅਗਰ ਤੁਹਾਡੀ ਮਰਜ਼ੀ ਹੈ ਹੀ ਨਹੀਂ ਕਿ ਮੈਂ ਕਦੀ ਵੀ ਆਵਾਂ ਪੱਕਾ ਇੱਥੇ, ਫਿਰ ਵੀ ਮੈਂ ਤੈਨੂੰ ਪਿਆਰ ਕਰਾਂਗਾ। ਅਗਰ ਤੇਰੀ, ਜਿਵੇਂ ਮੈਂ ਕਹਿਣਾ ਕਿ ਖੁਦਾ ਅਗਰ ਤੇਰੀ ਮਰਜ਼ੀ ਹੋ ਕਿ ਮੈਂ ਕਦੀ ਸ਼ਾਦੀ ਨਾ ਕਰਾਂ, ਮੈਂ ਮਰ ਜਾਵਾਂ ਹੈ ਨਾ ਸ਼ਾਦੀ ਕੀਏ ਬਗੈਰ, ਬੱਚਿਆਂ ਦੇ ਬਗੈਰ, ਮੈਂ ਫਿਰ ਵੀ ਖੁਸ਼ ਰਵਾਂਗਾ ਤੇਰੇ 'ਚ, ਕਿਉਂਕਿ ਤੂੰ ਖੁਦਾ ਹੈ ਸਭ ਤੋਂ ਕੀਮਤੀ ਸ਼ੈ ਮੇਰੀ ਜ਼ਿੰਦਗੀ 'ਚ। ਅਸੀਂ ਇੰਝ ਅਗਰ ਕਰਦੇ ਰਹੀਏ ਤੇ ਫਿਰ ਕੋਈ ਸ਼ੈ ਇੰਝ ਕਦੀ ਹੋ ਨਹੀਂ ਸਕਦੀ, ਇੱਕ ਬੁੱਤ ਸਾਡੀ ਜ਼ਿੰਦਗੀ 'ਚ ਬਣ ਨਹੀਂ ਸਕਦੀ। ਪੈਸਿਆਂ ਨਾਲ ਵੀ ਮੈਂ ਕਰਨਾ, ਮੈਨੂੰ ਪਤਾ ਹੈ ਕਿ ਖੁਦਾ ਮੈਨੂੰ ਬਹੁਤ ਪੈਸੇ ਦੇਵੇਗਾ ਨਾ, ਮੈਨੂੰ ਬਹੁਤ ਅੱਗੇ ਲੈ ਕੇ ਜਾਏਗਾ, ਲੇਕਿਨ ਮੈਂ ਕਹਿਣਾ, ਮੈਂ ਸੋਚਣਾ ਕਿ ਅਗਰ ਮੈਂ ਪੂਰੀ ਜ਼ਿੰਦਗੀ ਹੋਰ ਕੌਣ, ਮੈਂ ਸੋਚਣਾ ਕਿ ਅਗਰ ਮੈਂ ਪੂਰੀ ਜ਼ਿੰਦਗੀ ਮਰਦੇ ਦਮ ਤੱਕ ਮੈਂ ਬਸ ਇੱਕ ਕੈਰਰ ਦਾ ਕੰਮ ਕਰਦਾ ਰਹਾਂ, ਮੈਂ ਕਦੀ ਆਪਣੇ ਕਰਜ਼ੇ ਨਾ ਚੁਕਾ ਸਕਾਂ, ਮੈਂ ਕਹਿਣਾ ਫਿਰ ਵੀ ਖੁਦਾ ਮੈਂ ਖੁਸ਼ ਰਵਾਂਗਾ ਤੇਰੇ 'ਚ, ਕਿਉਂਕਿ ਇਹ ਸ਼ੈਵਾਂ ਮੇਰੇ ਲਈ ਤੇਰੇ ਮੁਕਾਬਲੇ 'ਚ ਕੁਝ ਵੀ ਨਹੀਂ ਹੈ। You've been placed on hold. Please wait. ਕਿ ਖੁਦਾ ਤੂੰ ਹੈ ਸਭ ਤੋਂ ਕੀਮਤੀ ਸ਼ੈ ਮੇਰੀ ਜ਼ਿੰਦਗੀ 'ਚ, ਤੇ ਕੋਈ ਹੋਰ ਸ਼ੈ ਇਹਦੇ ਤੁਹਾਡੇ ਕਰੀਬ ਵੀ ਨਹੀਂ ਆਉਂਦੀ। ਤੁਸੀਂ ਇੰਝ ਪ੍ਰੈਕਟਿਸ ਕਿਆ ਕਰੋ ਕਹਿਣਾ, ਤੇ ਬਹੁਤ ਤੁਸੀਂ ਵੇਖੋ ਤੁਹਾਡੇ ਇੰਟਰਸਟ ਖੁਦਾ ਦੀ ਸ਼ੈਵਾਂ ਲਈ ਉੱਚਾ ਹੀ ਰਹੇਗਾ, ਤੇ ਕਦੀ ਕੋਈ ਸ਼ੈ ਬੁੱਤ ਬਣ ਨਹੀਂ ਸਕਦੀ ਫਿਰ, ਅਗਰ ਤੁਸੀਂ ਸ਼ੁਰੂ 'ਚ ਹੀ ਉਹਨੂੰ ਨਾ ਥੱਲੇ ਕਰਦੇ ਜਾਓ, ਪੁਸ਼ ਕਰਦੇ ਜਾਓ ਥੱਲੇ। ਹਾਂ, ਤੇ ਉਹਦੇ ਇਲਾਵਾ ਇੱਕ ਆਇਤਾਂ ਲੱਭੋ, ਖੁਦਾ ਦਾ ਕਲਾਮ ਲੱਭੋ, ਖੁਦਾ ਦਾ ਕਲਾਮ ਲੱਭੋ ਜੋ ਤੁਹਾਡੇ ਉਸ ਬੁੱਤ ਦੇ ਖਿਲਾਫ ਗੱਲ ਕਰਦਾ ਹੋਵੇ। ਮੈਂ ਮਿਸਾਲ ਦੇਣਾ ਕਿ ਕਾਫੀ ਸਾਲਾਂ ਤੋਂ ਤੇ ਹੁਣ ਵੀ ਇੱਕ ਸ਼ੈ ਜੋ ਬਹੁਤ ਮੈਂ ਵੇਖਣਾ ਕਿ ਬਹੁਤ ਕੀਮਤੀ ਮੇਰੇ ਦਿਲ 'ਚ ਹੈ, ਜਿਹਨੂੰ ਥੱਲੇ ਮੈਂ ਪੁਸ਼ ਕਰਨਾ ਹੁੰਦਾ ਬਾਰ-ਬਾਰ,
ਉਹ ਹੈ ਕਿ ਲੋਕੀ ਮੇਰੇ ਬਾਰੇ 'ਚ ਕੀ ਸੋਚਦੇ ਨੇ। ਲੋਕਾਂ ਦੀ ਨਜ਼ਰਾਂ 'ਚ ਜੋ ਲੋਕਾਂ ਤੋਂ ਇੱਜ਼ਤ ਜੋ ਹੈ ਉਹਦੇ ਬਾਰੇ 'ਚ ਬਹੁਤ ਆਮ, ਉਹ ਇੱਕ ਬਹੁਤ ਕੀਮਤੀ ਸ਼ੈ ਹੈ ਮੇਰੀ ਜ਼ਿੰਦਗੀ 'ਚ, ਹਨਾ। ਹੋਣੀ ਨਹੀਂ ਚਾਹੀਦੀ ਤੇ ਮੈਂ ਪੁਸ਼ ਕਰਨਾ ਉਹਨੂੰ ਥੱਲੇ। ਤੇ ਮੈਂ ਕਿੰਜੇ ਪੁਸ਼ ਕਰਨਾ? ਕਲਾਮ ਤੋਂ, ਕਲਾਮ ਨੂੰ ਲੈ ਕੇ। ਮੈਂ ਉਹ ਆਇਤਾਂ ਯਾਦ ਕਰਨਾ ਜਿੱਥੇ ਯਸੂ ਕਹਿੰਦਾ ਹੈ ਫਰੀਸੀਆਂ ਨੂੰ ਕਿ ਤੁਸੀਂ ਕਿੰਜੇ ਖੁਦਾ ਨੂੰ ਮੰਨ ਸਕਦੇ ਹੋ, ਤੁਸੀਂ ਕਿੰਜੇ ਈਮਾਨ ਤੇ ਖੁਦਾ ਤੇ ਈਮਾਨ ਲੈ ਆ ਸਕਦੇ ਹੋ ਜਦੋਂ ਤੁਸੀਂ ਇੰਨਾ ਕੀਮਤੀ ਜਾਣਦੇ ਹੋ ਖੁਦਾ ਲੋਕਾਂ ਦੀ ਤਾਰੀਫ। ਲੋਕਾਂ ਦੀ ਤਾਰੀਫ ਨਹੀਂ, ਲੋਕਾਂ ਕੋਲੋਂ ਤਾਰੀਫ। ਹਾਂ, ਲੋਕਾਂ ਕੋਲੋਂ ਤਾਰੀਫ ਸੁਣਨਾ। ਤੇ ਉਹਦੇ ਇਲਾਵਾ ਪੌਲੁਸ ਰਸੂਲ ਕਹਿੰਦਾ ਹੈ ਗਲਤੀਆਂ 'ਚ ਕਿ ਅਗਰ ਮੈਂ ਲੋਕਾਂ ਦੀ ਤਾਰੀਫ ਲੱਭਣ ਡਿਆ ਤੇ ਫਿਰ ਮੈਂ ਖੁਦਾ ਦਾ ਸੇਵਕ ਨਹੀਂ ਹੋ ਸਕਦਾ। ਤੇ ਇਹ ਜਿਹੜਾ ਬੁੱਤ ਇੱਕ ਬਣ ਸਕਦਾ ਮੇਰੀ ਜ਼ਿੰਦਗੀ 'ਚ, ਉਹਨੂੰ ਥੱਲੇ ਰੱਖਣ ਲਈ ਮੈਂ ਆਇਤਾਂ ਲੱਭਣਾ, ਹਨਾ। ਤੇ ਤੁਸੀਂ ਵੇਖੋ ਤੁਹਾਡੀ ਜ਼ਿੰਦਗੀ 'ਚ ਕੋਈ ਹੈ ਸ਼ੈ ਜਿਹਨੂੰ ਤੁਸੀਂ ਹੱਦ ਤੋਂ ਜ਼ਿਆਦਾ ਕੀਮਤੀ ਜਾਣਨ ਦਿਓ, ਤੇ ਕੋਈ ਆਇਤ ਲੱਭੋ ਜੋ ਉਹਦੇ ਖਿਲਾਫ ਗੱਲ ਕਰੇ। ਆਮੀਨ। ਤੇ ਫਿਰ ਤੁਸੀਂ ਵੇਖੋਗੇ ਕਿ ਜਿੰਨਾ ਤੁਸੀਂ ਉਹਨੂੰ ਕੀਮਤੀ ਜਾਣਦੇ ਹੋ ਉਹ ਘੱਟ ਹੋ ਜਾਏਗਾ। ਹਾਂ, ਮੈਂ ਮਿਸਾਲ ਦੇਣਾ ਕਿ ਜਿਵੇਂ ਅਗਰ ਮੇਰੀ ਤਰ੍ਹਾਂ ਤੁਹਾਡਾ ਬੋਡੀ ਨੂੰ ਬਹੁਤ ਤੁਸੀਂ ਹਨਾ ਕਿ ਮੈਂ ਕਿੰਜੇ ਲੱਗਣਾ, ਮੇਰਾ ਚੰਗੀ ਬੋਡੀ ਹੋਏ, ਹਨਾ। ਅਗਰ ਉਹਨੂੰ ਤੁਸੀਂ ਬਹੁਤ ਕੀਮਤੀ ਜਾਣਦੇ ਹੋ, ਉਹ ਤੁਹਾਡੀ ਜ਼ਿੰਦਗੀ 'ਚ ਸ਼ਾਇਦ ਇੱਕ ਬੁੱਤ ਬਣਨ ਲਿਆ। ਇੱਕ ਆਇਤ ਹੈ ਤਿਮੋਥੀਅਸ 'ਚ ਪੌਲੁਸ ਰਸੂਲ ਕਹਿੰਦਾ, ਅਸੀਂ ਵੇਖਾਂਗੇ ਨਹੀਂ, ਮੈਂ ਬਸ ਦੱਸ ਦੇਣਾ ਕੀ ਲਿਖਿਆ। ਤਿਮੋਥੀਅਸ ਦੇ ਨਾਲ ਪਹਿਲਾ ਖਤ ਪੌਲੁਸ ਰਸੂਲ ਕਹਿੰਦਾ ਕਿ ਜੋ ਵਰਜ਼ਿਸ਼ ਹੈ ਉਹਦਾ ਥੋੜਾ ਜਿਹਾ ਫਾਇਦਾ ਹੈ ਨਾ, ਲੇਕਿਨ ਰੂਹਾਨੀਅਤ ਤਾਂ ਹੋਰ ਹੈ ਨਾ। ਤੇ ਪੌਲੁਸ ਰਸੂਲ ਕਹਿੰਦੇ ਕਿ ਜੋ ਵਰਜ਼ਿਸ਼ ਹੈ, ਜੋ ਜਿਸ ਸਾਡਾ ਜੋ ਹੈਲਥ ਹੈ, ਜੋ ਫਿਜ਼ੀਕਲ ਬੋਡੀ ਹੈ, ਉਹਨੂੰ ਚੰਗਾ ਰੱਖਣਾ ਉਹਦਾ ਥੋੜਾ ਜਿਹਾ ਫਾਇਦਾ ਹੈ, ਲੇਕਿਨ ਜੋ ਰੂਹਾਨੀਅਤ ਹੈ ਨਾ, ਧਰਮੀ ਹੋਣਾ, ਉਹ ਬਹੁਤ ਲਾਭ ਰੱਖਦਾ ਹੈ। ਅਗਰ ਤੁਹਾਡਾ ਬਹੁਤ, ਅਗਰ ਤੁਸੀਂ ਪੈਸਿਆਂ ਦੇ ਬਾਰੇ 'ਚ ਬਹੁਤ ਫਿਕਰ ਕਰਦੇ ਹੋ, ਜਦੋਂ ਤੁਸੀਂ ਦੂਜਿਆਂ ਨੂੰ ਵੇਖਦੇ ਹੋ ਜਿਨ੍ਹਾਂ ਕੋਲ ਪੈਸੇ ਨੇ ਤੇ ਤੁਸੀਂ ਖੁਸ਼ ਨਹੀਂ ਹੁੰਦੇ ਲੇਕਿਨ ਜੈਲਸ ਹੁੰਦੇ ਹੋ। ਅਗਰ ਤੁਹਾਡੇ ਪੈਸਿਆਂ ਤੇ ਕੋਈ ਹੱਥ ਲਾਏ ਜਾਂ ਅਗਰ ਕੋਈ ਚੋਰੀ ਕਰ ਲੇ ਜਾਂ ਬੈਂਕ ਤੋਂ ਗਾਇਬ ਹੋ ਜਾਣ ਥੋੜੇ ਪੈਸੇ ਤੇ ਤੁਹਾਨੂੰ ਬਹੁਤ ਗੁੱਸਾ ਆ ਜਾਏ, ਹਨਾ। ਸ਼ਾਇਦ ਪੈਸੇ ਤੁਹਾਡੇ ਲਈ ਬਹੁਤ ਬਣਨ ਦੇ ਨੇ ਤੇ ਤੁਸੀਂ ਕਿਹੜੀ ਆਇਤ ਇਸਤੇਮਾਲ ਕਰ ਸਕਦੇ ਹੋ? ਬਦਸ਼ਬਾਨਾ, ਤੁਸੀਂ ਇੱਕ ਆਇਤ ਸੋਚ ਸਕਦੇ ਹੋ ਆਇਤ ਦੇ ਬਾਰੇ 'ਚ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ। ओके, बदशबाना गायब हो गई। राहुल, फिलिपियों, उसका फिलिपियों या इफिसियों, हाँ, उसका 4 बाब उसकी 13 जो मुझे ताकत बख्शता है उसमें मैं सब कुछ कर सकता हूँ, ये बोल सकते हैं ना। जी, फिलिपियों में है ना, मुझे याद नहीं, फिलिपियों 4 की 13 जो फिलिपियों 4 से 13 है ना, ये बोल सकते हैं जी ਬਿਲਕੁਲ। ਉਹਦੇ ਇਲਾਵਾ ਪੌਲੁਸ ਰਸੂਲ ਤਿਮੋਥੀਅਸ ਨੂੰ ਕਹਿੰਦਾ ਹੈ ਤਿਮੋਥੀਅਸ ਪਹਿਲਾ ਅਧਿਆਇ ਦੀ 6 ਦੀ 10 'ਚ ਕਿ ਜੋ ਪੈਸਿਆਂ ਦਾ ਜੋ ਪ੍ਰੇਮ ਹੈ, ਲਾਲਚ ਹੈ, ਉਹ ਹਰ ਗੁਨਾਹ ਦੀ ਜੜ ਹੈ, ਹਨਾ। ਤੁਸੀਂ ਉਹ ਆਇਤ, ਉਸ ਆਇਤ ਨੂੰ ਪੜ੍ਹ ਕੇ ਉਹਦੇ ਤੇ ਗੌਰ ਕਰੋ। वो भी है, जो भी बड़ी थी हमने जमीन पर खजाना हाँ, ਜ਼ਮੀਨ ਪਰ ਖਜ਼ਾਨਾ ਨਾ ਜਮਾ ਕਰੋ, ਹਨਾ। ਅਗਰ ਜਿਵੇਂ ਮੈਂ ਆਖਿਆ ਲੋਕਾਂ ਦੀ ਇੱਜ਼ਤ, ਲੋਕਾਂ ਤੋਂ ਇੱਜ਼ਤ, ਬਹੁਤ ਲੋਕਾਂ ਦਾ ਇਹ ਜਿਵੇਂ ਬਹੁਤ ਹੁੰਦਾ ਹੈ, ਅਗਰ ਕੋਈ ਉਹਨਾਂ ਦੇ ਬਾਰੇ ਕੁਝ ਕਹੇ ਤੇ ਉਹਨਾਂ ਨੂੰ ਬਹੁਤ ਗੁੱਸਾ ਆ ਜਾਂਦਾ ਕਿ ਤੁਹਾਡੀ ਹਿੰਮਤ ਕਿੰਝ ਹੋਈ ਮੇਰੇ ਬਾਰੇ 'ਚ ਇੰਝ ਗੱਲ ਕਰਨ ਦੀ। ਯਸੂ ਦੇ ਬਾਰੇ 'ਚ ਜਦੋਂ ਕੋਈ ਲੋਕੀ ਕਹਿੰਦੇ ਸੀ, ਕਿੰਨੀ ਦਫਾ ਪੜ੍ਹਿਆ ਹੈ ਕਿ ਯਸੂ ਨੇ ਗੁੱਸੇ ਨਾਲ ਜਵਾਬ ਦਿੱਤਾ ਕਿ ਤੁਹਾਡੀ ਹਿੰਮਤ ਕਿੰਝ ਹੋਈ ਮੇਰੇ ਬਾਰੇ 'ਚ ਇੰਝ ਗੱਲ ਕਰਨ ਦੀ। ਤੁਸੀਂ ਕਦੀ ਨਹੀਂ ਪੜ੍ਹੋਗੇ। ਕਿਉਂ? ਕਿਉਂਕਿ ਲੋਕਾਂ ਤੋਂ ਇੱਜ਼ਤ ਯਸੂ ਨੂੰ ਪਰਵਾਹ ਨਹੀਂ ਸੀ, ਉਹ ਉਹਨੂੰ ਕੀਮਤੀ ਨਹੀਂ ਜਾਣਦਾ ਸੀ। ਆਮੀਨ। ਜਦੋਂ ਲੋਕੀ ਉਹਦੇ ਬਾਰੇ 'ਚ ਗਲਤ ਕਹਿੰਦੇ ਸੀ, ਉਹ ਰਾਤ ਨੂੰ ਹਨਾ ਜਾਗਦਾ ਨਹੀਂ ਰਹਿੰਦਾ ਸੀ ਕਿ ਉਹ ਫਲਾਣ ਨੇ ਕਿਉਂ ਇੰਝ ਮੇਰੇ ਬਾਰੇ 'ਚ ਆਖਿਆ। ਉਹਨਾਂ ਨੂੰ ਨਹੀਂ ਪਤਾ ਕਿ ਮੈਨੂੰ ਦੁੱਖ ਪਹੁੰਚਦਾ ਇਸ ਤੋਂ। ਯਿਸੂ ਨੂੰ ਪਰਵਾਹ ਨਹੀਂ ਸੀ,
ਹਨਾ ਸਹੀ। ਤੇ ਅਸੀਂ ਇੱਥੇ ਐਂਡ ਕਰਨੇ ਆ, ਅਸੀਂ ਨਿਚੋੜ ਕਰਨੇ ਆ। ਨਿਚੋੜ ਕੀ ਹੈ ਕਿ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਸ਼ੈਵਾਂ ਨੇ ਜੋ ਜਿਨ੍ਹਾਂ ਨੂੰ ਅਸੀਂ ਕੀਮਤੀ ਜਾਣਦੇ ਹਾਂ, ਤੇ ਉਹ ਕੋਈ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਅਸੀਂ ਹੱਦ ਤੋਂ ਜ਼ਿਆਦਾ ਕੀਮਤੀ ਜਾਣਦੇ ਹਾਂ, ਤੇ ਜੋ ਜਿੰਨਾ ਕੀਮਤੀ ਅਸੀਂ ਖੁਦਾ ਨੂੰ ਜਾਣਦੇ ਹਾਂ, ਖੁਦਾ ਦੇ ਪਿਆਰ ਦੇ ਮੁਕਾਬਲੇ 'ਚ ਆਂਦੀ ਹੈ ਉਹ ਸ਼ੈ। ਕੋਈ ਵੀ ਸ਼ੈ ਹੋ ਸਕਦੀ ਹੈ ਹਨਾ, ਕੋਈ ਗੁਨਾਹ ਨਹੀਂ, ਗੁਨਾਹ ਦੀ ਅਸੀਂ ਗੱਲ ਨਹੀਂ ਕਰਨ ਦੇ, ਲੇਕਿਨ ਚੰਗੀ ਸ਼ੈ ਵੀ ਜਿਹਨੂੰ ਤੁਸੀਂ ਹੱਦ ਤੋਂ ਜ਼ਿਆਦਾ ਕੀਮਤੀ ਜਾਣਦੇ ਹੋ, ਇੰਨੀ ਕੀਮਤੀ ਕਿ ਜਦੋਂ ਕੋਈ ਉਹਦੇ ਖਿਲਾਫ ਬੋਲੇ ਤੁਹਾਨੂੰ ਗੁੱਸਾ ਆ ਜਾਂਦਾ, ਬਹੁਤ ਇੱਕ ਰਿਐਕਸ਼ਨ ਹੁੰਦਾ ਤੁਹਾਡੇ 'ਚ। ਇੰਨਾ ਤੁਸੀਂ ਕੀਮਤੀ ਜਾਣਦੇ ਹੋ ਕਿ ਅਗਰ ਕਿਸੇ ਹੋਰ ਦੇ ਕੋਲ ਉਹ ਸ਼ੈ ਹੋਏ ਜਾਂ ਕੋਈ ਬਿਹਤਰ ਸ਼ੈ ਹੋਏ ਤੇ ਤੁਸੀਂ ਖੁਸ਼ ਨਹੀਂ ਹੁੰਦੇ ਉਹਨਾਂ ਲਈ, ਤੁਸੀਂ ਜੈਲਸ ਹੁੰਦੇ ਹੋ। ਇੰਨਾ ਕੀਮਤੀ ਕਿ ਅਗਰ ਖੁਦਾ ਤੁਹਾਨੂੰ ਆਖੇ ਕਿ ਉਸ ਸ਼ੈ ਨੂੰ ਛੱਡ ਦੇ, ਤੁਹਾਨੂੰ ਮੁਸ਼ਕਿਲ ਹੋਏਗੀ ਛੱਡਣਾ। ਅਗਰ ਕੋਈ ਇੰਜ ਦੀ ਸ਼ੈ ਹੈ ਤੇ ਅਗਰ ਤੁਸੀਂ ਜ਼ਿੰਦਗੀ 'ਚ ਰੱਖੋ ਤੇ ਫਿਰ ਤੁਸੀਂ ਵੇਖੋਗੇ ਤੁਹਾਡਾ ਇੰਟਰਸਟ, ਸ਼ੌਕ ਖੁਦਾ ਦੀ ਸ਼ੈਵਾਂ ਲਈ ਘੱਟ ਹੋ ਜਾਏਗਾ, ਤੇ ਨਾਲੇ ਜੋ ਖੁਦਾ ਦਾ ਕਲਾਮ ਹੈ ਜੋ ਜਿੰਨਾ ਫਾਇਦਾ ਪਹੁੰਚਾ ਸਕੇ ਤੁਹਾਡੀ ਜ਼ਿੰਦਗੀ 'ਚ, ਇੰਨਾ ਘੱਟ ਹੋਏਗਾ ਫਾਇਦਾ। ਲੇਕਿਨ ਫਿਰ ਸਵਾਲ ਬਣਦਾ ਕਿ ਅਸੀਂ ਕੀ ਕਰ ਸਕਦੇ ਹਾਂ ਕਿ ਜੇ ਅਸੀਂ ਕੱਢੀਏ ਇਹਨਾਂ ਸ਼ੈਵਾਂ ਨੂੰ, ਜਾਂ ਕਿਵੇਂ ਅਸੀਂ ਘੱਟ ਕਰੀਏ ਜਿੰਨੀ ਅਸੀਂ ਕੀਮਤੀ ਜਾਣਦੇ ਹਾਂ। ਪਹਿਲੀ ਗੱਲ ਹੈ, ਜਿਵੇਂ ਮੈਂ ਆਖਿਆ, ਕਿ ਖੁਦਾ ਦੇ ਸਾਹਮਣੇ ਰੱਖੋ। ਜਦ ਤੁਸੀਂ ਅਗਲੀ ਵਾਰ ਦੁਆ 'ਚ ਹੋਗੇ ਜਾਂ ਮੀਟਿੰਗ ਦੇ ਬਾਅਦ ਦੁਆ ਕਰਨਾ, ਕਹਿਣਾ ਕਿ ਐ ਖੁਦਾ ਮੈਨੂੰ ਮਾਫ ਕਰੋ ਕਿ ਮੈਂ ਇਸ ਸ਼ੈ ਨੂੰ ਇੰਨਾ ਕੀਮਤੀ ਮੈਂ ਜਾਣਿਆ, ਮੈਂ ਆਪਣੇ ਘਰ ਨੂੰ, ਪਰਿਵਾਰ ਨੂੰ, ਆਪਣੀ ਖੁਸ਼ੀ ਨੂੰ ਮੈਂ ਇੰਨਾ ਕੀਮਤੀ ਜਾਣਿਆ, ਮੁਝੇ ਮਾਫ ਕਰੋ। ਤੇ ਐ ਖੁਦਾ ਮੈਂ ਤੁਹਾਡੇ ਸਾਹਮਣੇ ਰੱਖਣਾ। ਅਗਰ ਤੁਸੀਂ ਮੈਨੂੰ ਆਖੋ ਇਸ ਸ਼ੈ ਨੂੰ ਛੱਡ ਦੇ, ਮੈਂ ਛੱਡ ਦੇਵਾਂਗਾ ਤੁਹਾਡੇ ਲਈ, ਤੁਹਾਨੂੰ ਖੁਸ਼ ਕਰਨ ਲਈ। ਇੱਕ ਸ਼ੈ ਇਹ ਹੈ ਜੋ ਤੁਸੀਂ ਕਰ ਸਕਦੇ ਹੋ। ਪੌਲੁਸ ਰਸੂਲ ਕਹਿੰਦਾ ਹੈ ਕਿ ਜਿਸ ਸ਼ੈਵਾਂ ਨੂੰ ਮੈਂ ਬਹੁਤ ਕੀਮਤੀ ਜਾਣਦਾ ਸੀ, ਉਹਨਾਂ ਨੂੰ ਹੁਣ ਮੈਂ, ਉਹ ਕਹਿੰਦੇ ਕਿ ਉਹਨਾਂ ਨੂੰ ਹੁਣ ਮੈਂ ਕੂੜਾ ਸਮਝਣਾ। ਯਸੂ ਦੇ ਪਿਆਰ ਦੇ ਮੁਕਾਬਲੇ 'ਚ ਬਾਕੀ ਹਰ ਸ਼ੈ ਜਿਹਨੂੰ ਮੈਂ ਕੀਮਤੀ ਜਾਣਦਾ ਸੀ, ਉਹ ਕੁਝ ਵੀ ਨਹੀਂ ਹੈ ਮੇਰੀ ਨਜ਼ਰ 'ਚ, ਹੁਣ ਉਹ ਕੂੜਾ ਹੈ। ਯਸੂ ਪੌਲੁਸ ਰਸੂਲ ਕਹਿੰਦਾ ਹੈ ਫਿਲਿੱਪੀਆਂ 3 'ਚ। ਹਾਂ, ਤੇ ਇੱਕ ਸ਼ੈ ਇਹ ਹੈ ਕਿ ਉਸ ਬੁੱਤ ਨੂੰ ਖੁਦਾ ਦੇ ਸਾਹਮਣੇ ਰੱਖੋ। ਦੂਜੀ ਸ਼ੈ, ਆਇਤਾਂ ਲੱਭੋ ਜੋ ਉਸ ਤੁਹਾਡੇ ਬੁੱਤ ਦੇ ਖਿਲਾਫ ਗੱਲ ਕਰਨ। ਤੇ ਜਦੋਂ ਤੁਸੀਂ ਇਹ ਕਰੋਗੇ ਹਨਾ, ਆਪਣੇ ਇਜ਼ਹਾਕ ਨੂੰ ਕੱਢੋਗੇ ਜ਼ਿੰਦਗੀ ਤੋਂ, ਜਾਂ ਜਿੰਨਾ ਕੀਮਤੀ ਤੁਸੀਂ ਜਾਣਦੇ ਹੋ ਘੱਟ ਕੀਮਤੀ ਜਾਣੋਗੇ ਤੁਸੀਂ। सॉरी मेरे बेटे, इसको जहाज में कटना जो है वो है, क्योंकि आपके बेटे की लैंग्वेज की प्रॉब्लम है। हाँ। क्योंकि अपने जहाज को खुदा के लिए कुर्बान। ਹਾਂ, ਕੱਢਣਾ ਨਹੀਂ, ਮਤਲਬ ਕਿ ਖੁਦਾ ਦੇ ਲਈ ਹਨਾ, ਖੁਦਾ ਨੂੰ ਹੋਰ ਜ਼ਿਆਦਾ ਕੀਮਤੀ ਜਾਣਨਾ ਹੈ, ਤੇ ਬਾਕੀ ਜੋ ਤੁਹਾਡੀ ਜ਼ਿੰਦਗੀ 'ਚ ਕੋਈ ਇਜ਼ਹਾਕ ਹੈ ਉਹਨੂੰ ਘੱਟ ਕੀਮਤੀ ਜਾਣਨਾ ਹੈ। ਤੇ ਅਗਰ ਤੁਸੀਂ ਇੰਜ ਕਰੋਗੇ, ਤੁਸੀਂ ਵੇਖੋਗੇ ਕਿ ਤੁਹਾਡਾ ਸ਼ੌਕ ਖੁਦਾ ਦੀ ਸ਼ੈਵਾਂ ਲਈ ਉੱਤੇ ਹੀ ਰਹੇਗਾ। ਤੇ ਹਾਂ, ਖੁਦਾ ਦਾ ਕਲਾਮ ਤੁਹਾਡੀ ਜ਼ਿੰਦਗੀ 'ਚ ਅਸਰ ਬਹੁਤ ਜ਼ਿਆਦਾ ਕਰੇਗਾ, ਤੁਸੀਂ ਬਹੁਤ ਜ਼ਿਆਦਾ ਫਲ ਲੈ ਕੇ ਆਓਗੇ। ਆਮੀਨ। ਅਸੀਂ ਇੱਥੇ ਮੀਟਿੰਗ ਇੱਥੇ ਮੈਸੇਜ ਐਂਡ ਕਰਨੇ ਆ।